ਗੜ ਬਗਦਾਦ ਨਿਵਾਏ ਕੈ, ਮੱਕਾ ਮਦੀਨਾ ਸਭ ਨਿਵਾਇਆ। ਸਿੱਧ 84 ਮੰਡਲੀ, ਖੜ ਦਰਸ਼ਨ ਪਾਖੰਡ ਜਿਣਾਇਆ। ਪਾਤਾਲਾਂ ਆਕਾਸ਼ ਲਖ, ਜਿੱਤੀ ਧਰਤੀ ਜਗਤ ਸਮਾਇਆ। ਜਿੱਤੀ ਨਵਖੰਡ ਮੇਦਨੀ, ਸਤਿਨਾਮ ਦਾ ਚੱਕਰ ਫਿਰਾਇਆ। ਦੇਵ ਦਾਨੋ ਰਾਖਸ਼ ਦੈਂਤ ਸਭ, ਚਿਤ ਗੁਪਤ ਸਭ ਚਰਣੀ ਲਾਇਆ। ਇੰਦਰਾਸਣ ਅਪਸ਼ਰਾਂ, ਰਾਗ ਰਾਗਨੀ ਮੰਗਲ ਗਾਇਆ। ਭਇਆ ਆਨੰਦ ਜਗਤ ਵਿੱਚ, ਕਲ ਤਾਰਨ ਗੁਰ ਨਾਨਕ ਆਇਆ। ਹਿੰਦੂ ਮੁਸਲਮਾਨ ਨਿਵਾਇਆ, ਹਿੰਦੂ ਮੁਸਲਮਾਨ ਨਿਵਾਇਆ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸੁਲਤਾਨਪੁਰ ਲੋਧੀ ਦੀ ਇਹ ਪਾਵਨ ਪਵਿੱਤਰ ਧਰਤੀ, ਸਤਿਗੁਰੂ ਜੀ ਦੇ ਸਤਿਕਾਰਯੋਗ ਵੱਡੇ ਭੈਣ ਜੀ, ਧੰਨ ਧੰਨ ਬੇਬੇ ਨਾਨਕੀ ਜੀ, ਤਿਨਾਂ ਦੇ ਪਾਵਨ ਪਵਿੱਤਰ ਸਥਾਨ ਤੇ ਗੁਰਪੁਰਬ ਦੀਆਂ, ਜਗਤ ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਤ ਸੰਗਤ ਦਾ ਲਾਭ ਪ੍ਰਾਪਤ ਕਰ ਰਹੀ ਗੁਰੂ ਕੀ ਸੰਗਤ ਜੀ, ਦਾਸ ਤੋਂ ਪਹਿਲਾਂ ਕਵੀਸ਼ਰ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਸ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਵਿੱਚੋਂ ਗਰੀਬ ਨਵਾਜ ਸਾਹਿਬ ਜੀ ਦੇ ਪਾਵਨ ਜਸ, ਪਾਵਨ ਬਚਨ ਸਾਂਝੇ ਕਰਦੇ ਹਾਂ। ਸੋ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਕੱਲ ਵੀ ਇਸ ਪਾਵਨ ਸਥਾਨ ਤੇ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ, ਜਿਸ ਵਿੱਚ ਬੇਨਤੀਆਂ ਸਾਂਝੀਆਂ ਕੀਤੀਆਂ ਸਨ ਕਿ ਕਿਸ ਤਰ੍ਹਾਂ ਦਾ ਸਮਾਂ ਸੀ, ਜਿਸ ਕਰਕੇ ਵਾਹਿਗੁਰੂ ਪਰਮੇਸ਼ਰ ਨੇ ਆਪ ਇਸ ਕਲਯੁਗ ਦੇ ਸਮੇਂ ਦੇ ਵਿੱਚ ਪ੍ਰਕਾਸ਼ ਧਾਰਿਆ। ਔਰ ਜਿਸ ਪ੍ਰਭੂ ਦੇ ਕੇ ਕਰੋਮ ਦੇ ਵਿੱਚ ਕਰੋੜਾਂ ਖੰਡਾਂ ਬ੍ਰਹਿਮੰਡਾਂ ਦਾ ਨਿਵਾਸ ਹੈ, ਉਸ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਰੂਪ ਦੇ ਵਿੱਚ ਪ੍ਰਗਟ ਹੋਣਾ ਕੀਤਾ। ਕੋਟ ਬ੍ਰਹਿਮੰਡ ਕੋ ਠਾकुर ਸੁਆਮੀ, ਸਰਬ ਜੀਆਂ ਕਾ ਦਾਤਾਰੀ। ਐਸੇ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ, रोम रोम कोट ब्रह्मांड को निवास जास, मानस अवतार धार दर्श दिखाए हैं। और अगे बेनती सांझी कीती सी, जिवें महाराज साहब जी दे दर्शन दौलतां दाई ने कीते, पंडित हरदयाल जी ने कीते, निहाल होए और महाराज साहब जी का नाम पंडित हरदयाल ने रखिया। पिता जी ने जदों आ करके दसिया ते कहन लगे भी ये तां सांझा जिहा नाम रख दिता है नानक, ना ये हिंदुआं वाला है ते ना ये मुसलमानां वाला है। उस महान विद्वान पंडित हरदयाल ने आख्या जी, जिन्नी क मैनूं समझ पई है मेरी विद्या के मुताबक
ਇਹਨਾਂ ਅੱਗੇ ਹਿੰਦੂ ਵੀ ਝੁਕਣਗੇ ਤੇ ਮੁਸਲਮਾਨ ਵੀ ਝੁਕਣਗੇ, ਸਾਰੇ ਇਹਨਾਂ ਨੂੰ ਸਤਿਕਾਰ ਦੇਣਗੇ। ਔਰ ਐਸਾ ਵਚਨ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੋਇਆ ਹੈ ਕਿ ਪੰਡਤ ਹਰਦਿਆਲ ਨੇ ਆਖਿਆ ਵੀ ਇਹਨਾਂ ਨੂੰ ਪਹਾੜ ਵੀ ਰਸਤਾ ਦੇਵੇਗਾ, ਸਮੁੰਦਰ ਵੀ ਰਸਤਾ ਦੇਵੇਗਾ, ਧਰਤੀ ਇਹਨਾਂ ਨੂੰ ਰਾਹ ਦੇਵੇਗੀ। ਤੋ ਐਸਾ ਸਮਾਂ ਆਵੇਗਾ, ਇਹਨਾਂ ਦੇ ਸੀਸ ਤੇ ਛਤਰ ਝੁਲੇਗਾ। ਮੇਰੀ ਵਿਦਿਆ ਇਸ ਤਰ੍ਹਾਂ ਮੈਨੂੰ ਦੱਸਦੀ ਹੈ। ਸੋ ਸਮੇਂ ਦੇ ਨਾਲ ਮਹਾਰਾਜ ਸਾਹਿਬ ਜੀ, ਸਾਧ ਸੰਗਤ ਜੀ, ਬਚਪਨ ਦਾ ਸਮਾਂ ਗਰੀਬ ਨਵਾਜ਼ ਸਾਹਿਬ ਜੀ ਨੇ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਗੁਜ਼ਾਰਿਆ। 1526 ਬਿਕਰਮੀ ਸੰਮਤ ਕੱਤਕ ਦੀ ਪੂਰਨਮਾਸ਼ੀ ਨੂੰ ਆਪ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਬਚਪਨ ਦੇ 15 ਸਾਲ ਰਾਏ ਭੋਏ ਦੀ ਤਲਵੰਡੀ ਨੂੰ ਆਪ ਜੀ ਨੇ ਭਾਗ ਲਾਇਆ। ਸੰਗਤਾਂ ਹਰ ਰੋਜ਼ ਦੂਰੋਂ ਦਰੇਡਿਓਂ ਇੱਥੇ ਦਰਸ਼ਨ ਕਰਨ ਵਾਸਤੇ ਵੱਖ-ਵੱਖ ਥਾਵਾਂ ਤੋਂ ਪਹੁੰਚ ਰਹੀਆਂ ਹਨ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ। ਔਰ ਜੋ ਇਹ ਰਾਏ ਭੋਏ ਦੀ ਤਲਵੰਡੀ ਹੈ, ਇਸ ਦਾ ਨਾਮ ਰਾਏ ਭੋਏ ਕੀ ਤਲਵੰਡੀ ਕਿਉਂ ਪਿਆ? ਰਾਏ ਬੁਲਾਰ ਉਸ ਵੇਲੇ ਤਲਵੰਡੀ ਦਾ ਹਾਕਮ ਹੈ ਤੇ ਰਾਏ ਬੁਲਾਰ ਦੇ ਪਿਤਾ ਜੀ ਦਾ ਨਾਮ ਸੀ ਰਾਏ ਭੋਏ, ਇਸ ਕਰਕੇ ਉਹਨਾਂ ਦੇ ਪਿਤਾ ਜੀ ਦੇ ਨਾਮ ਤੇ ਰਾਏ ਭੋਏ ਦੀ ਤਲਵੰਡੀ ਸੀ। ਜਿਵੇਂ ਹੁਣੇ ਹੀ ਕਵੀਸ਼ਰ ਸਿੰਘ ਕਵਿਤਾ ਦੇ ਰਾਹੀਂ ਰਾਏ ਬੁਲਾਰ ਦੀ ਬੇਨਤੀ ਜਿਹੜੀ ਸੀ ਉਹ ਦਰਸਾ ਰਹੇ ਸੀ, ਤਾਂ ਇਹ 3 ਕੌਤਕ ਰਾਏ ਬੁਲਾਰ ਨੇ ਮਹਾਰਾਜ ਸਾਹਿਬ ਜੀ ਦੇ ਤੱਕੇ ਸਨ। ਸਾਧ ਸੰਗਤ, ਇੱਕ ਤਾਂ ਜਦੋਂ ਮਹਾਰਾਜ ਸਾਹਿਬ ਜੀ ਮੱਝੀਆਂ ਚਾਰਦਿਆਂ ਹੋਇਆਂ ਜ਼ਿਮੀਂਦਾਰ ਦੀ ਫਸਲ ਚਰ ਜਾਣੀ, ਉਹਨੇ ਆ ਕੇ ਹਾਕਮ ਰਾਏ ਬੁਲਾਰ ਕੋਲੇ ਫਰਿਆਦ ਕਰਨੀ ਕਿ ਪਟਵਾਰੀ ਦੇ ਪੁੱਤਰ ਸ੍ਰੀ ਨਾਨਕ ਨੇ ਆਪਣੀਆਂ ਮੱਝਾਂ ਛੱਡ ਕਰਕੇ ਮੇਰਾ ਖੇਤ ਉਜਾੜ ਦਿੱਤਾ, ਮੇਰਾ ਫੈਸਲਾ ਕਰੋ। ਮਹਾਰਾਜ ਦੇ ਪਿਤਾ ਜੀ ਨੂੰ ਬੁਲਾਇਆ ਜਾਂਦਾ ਹੈ ਤੇ ਆਪਣੇ ਸਿਪਾਹੀ ਭੇਜੇ ਜਾਂਦੇ ਖੇਤ ਵੇਖਣ ਵਾਸਤੇ, ਤੇ ਕੀ ਵੇਖਿਆ ਕਿ ਉੱਥੇ ਤਾਂ ਕੁਝ ਵੀ ਨਹੀਂ ਉਜੜਿਆ ਹੋਇਆ, ਸਾਰਾ ਖੇਤ ਕਿਆਰੇ ਹਰੇ ਭਰੇ ਹਨ। ਜਿੱਥੇ ਅੱਜ ਕੱਲ ਗੁਰਦੁਆਰਾ ਕਿਆਰਾ ਸਾਹਿਬ ਬਣਿਆ, ਕਿਆਰਾ ਸਾਹਿਬ। ਇਸੇ ਤਰ੍ਹਾਂ ਇੱਕ ਦਿਨ ਘੋੜੀ ਤੇ ਸਵਾਰ ਹੋ ਕੇ ਆਪਣੇ ਸਾਥੀਆਂ ਦੇ ਨਾਲ ਰਾਏ ਬੁਲਾਰ ਜਾ ਰਿਹਾ ਸੀ ਤੇ ਕੀ ਵੇਖਿਆ ਕਿ ਪਟਵਾਰੀ ਦਾ ਪੁੱਤਰ ਮੱਝਾਂ ਚਾਰਦਾ ਹੋਇਆ ਲੰਮਾ ਪਿਆ ਹੈ ਤੇ ਸਾਪਣੇ ਉੱਤੇ ਫਨ ਕਲਾਰ ਕੇ ਚਿਹਰੇ ਦੇ ਉੱਤੇ ਛਾਂ ਕੀਤੀ ਹੋਈ ਹੈ। ਗਰਮੀਆਂ ਦੇ ਦਿਨ, ਧੁੱਪ ਹੈ। ਮਨ ਵਿੱਚ ਖਿਆਲ ਕੀਤਾ ਜੇ ਸਾਪਣੇ ਡੰਗ ਦਿੱਤਾ ਹੋਇਆ ਤੇ ਫਿਰ ਤਾਂ ਸਾਹ ਖਿੱਚ ਲਏ ਹੋਣਗੇ। ਘੋੜੀ ਤੋਂ ਉਤਰ ਕੇ ਨੇੜੇ ਜਾਂਦਾ, ਜਾ ਕੇ ਵੇਖਦਾ ਸੱਪ ਜਿਹੜਾ ਉਹ ਅੱਗੇ ਫਸਲ ਵਿੱਚ ਵੜ ਜਾਂਦਾ ਤੇ ਘੋੜੀ ਦੇ ਸੁਮਾਂ ਦਾ ਖੜਕਾ ਹੁੰਦਾ ਹੈ, ਪੈਰਾਂ ਦਾ। ਰਾਏ ਬੁਲਾਰ ਤੁਰ ਕੇ ਨੇੜੇ ਜਾਂਦਾ ਹੈ ਤੇ ਮਹਾਰਾਜ ਸਾਹਿਬ ਜੀ ਉੱਠ ਕੇ ਬੈਠ ਜਾਂਦੇ ਹਨ। ਔਰ ਉਸ ਵੇਲੇ ਫਿਰ ਘੁੱਟ ਕੇ ਗਲ ਵਕੜੀ ਵਿੱਚ ਲੈਂਦੇ ਹਨ ਮਹਾਰਾਜ ਸਾਹਿਬ ਜੀ, ਰਾਏ ਜੀ ਮੱਥਾ ਚੁੰਮਦੇ ਹਨ। ਇਹ ਦੂਸਰਾ ਕੌਤਕ। ਇੱਕ ਹੋਰ ਕੌਤਕ ਵੇਖਿਆ ਸੀ, ਇੱਕ ਦਿਨ ਆਪਣੇ ਸਾਥੀਆਂ ਦੇ ਨਾਲ ਅਸਵਾਰ ਹੋ ਕੇ ਘੋੜੀ ਤੇ ਜਾ ਰਹੇ ਹਨ ਰਾਹ ਤੇ। ਕੀ ਵੇਖਦੇ ਆ, ਦੁਪਹਿਰ ਦਾ ਸਮਾਂ ਢਲ ਜਾਣ ਤੋਂ ਬਾਅਦ, ਦੁਪਹਿਰ ਢਲਣ ਤੋਂ ਸਾਰੇ ਦਰਖਤਾਂ ਦੇ ਪਰਛਾਵੇਂ ਢਲ ਗਏ ਆ, ਪਰ ਜਿਸ ਦਰਖਤ ਦੇ ਹੇਠਾਂ ਪਟਵਾਰੀ ਦਾ ਪੁੱਤਰ ਲੰਮੇ ਪਿਆ ਹੈ ਸ੍ਰੀ ਨਾਨਕ, ਉਸ ਦਰਖਤ ਦਾ ਪਰਛਾਵਾਂ ਨਹੀਂ ਢਲਿਆ, ਬਾਕੀ ਸਾਰੇ ਪਰਛਾਵੇਂ ਢਲ ਗਏ। ਉਸ ਦਰਖਤ ਦਾ ਪਰਛਾਵਾਂ ਨਹੀਂ ਢਲਿਆ। ਮਾਲ ਜੀ ਦਾ ਰੁੱਖ ਲਿਖਿਆ ਹੋਇਆ, ਭਾਈ ਕਾਹਨ ਸਿੰਘ ਨਾਭਾ ਨੇ, ਉਹ ਰੁੱਖ ਸੀ ਮਾਲ ਜੀ ਦਾ, ਜਿਹਦਾ ਪਰਛਾਵਾਂ ਨਹੀਂ ਢਲਿਆ। ਉੱਥੇ ਅੱਜ ਵੀ ਅਸਥਾਨ ਕਾਇਮ। ਇਹ 3 ਕੌਤਕ ਜਦੋਂ ਵੇਖੇ ਤੇ ਪੱਕਾ ਸ਼ਰਧਾਲੂ ਬਣ ਗਿਆ ਸੀ ਤਲਵੰਡੀ ਦਾ ਹਾਕਮ ਮਹਾਰਾਜ ਸਾਹਿਬ ਜੀ ਦਾ। ਗੁਰੂ ਸਾਹਿਬ ਜੀ ਦੇ ਪਿਤਾ ਜੀ ਦੇ ਨਾਲ ਤੇ ਉਹਦੇ ਬਹੁਤਾ ਪ੍ਰੇਮ ਪਹਿਲਾਂ ਹੀ ਸੀ। ਇਤਿਹਾਸ ਦੀਆਂ ਪੰਕਤੀਆਂ ਹਨ, ਤਲਵੰਡੀ ਮਹਿਰਾਏ ਬੁਲਾਰੂ, ਸੋਦਰ ਸਮਕਾਲੂ ਸੰਗ ਪਿਆਰੂ, ਜਿਤੇ ਗ੍ਰਾਮ ਕੋ ਸੋ ਅਧਿਕਾਰੀ, ਸਭ ਕੀ ਦਈ ਕਾਰ ਪਟਵਾਰੀ। ਬਚਪਨ ਦੇ ਵਿੱਚ ਮਹਾਰਾਜ ਸਾਹਿਬ ਜੀ ਨੂੰ ਪਿਤਾ ਜੀ ਵੱਲੋਂ ਪੜ੍ਹਨੇ ਪਾਇਆ ਗਿਆ ਸੀ। ਪਾਠਸ਼ਾਲਾ ਦੇ ਵਿੱਚ ਗੋਪਾਲ ਪਾਂਧੇ ਕੋਲੇ ਲੈ ਕਰਕੇ ਗਏ ਸਨ।
पहले दिन उन्हें जो लिख के दिता महाराज साहब जी ने पढ़िया। दूसरे दिन पिता जी फिर छड्ड के आए, पर दूसरे दिन महाराज साहब जी कुछ नहीं पढ़ते। पढ़ाउण वाले गोपाल पांधे ने आखिया, श्री नानक जी मैं ख्याल कीता सी कि कल बड़ा सोहना तू पढ़िया कि छेती पढ़ जावेगा, ते अज कुछ पढ़ते ही नहीं हो। पढ़ो जिवें बाकी बच्चे पढ़ते इसे तरह तुसीं भी पढ़ो। महाराज चुप करके बैठे। वार वार कहण तो फिर ये गल भी आखी कि हे नानक तू पढ़दा नहीं, जे नहीं पढ़ेगा तो आ सोटी वेख ला, सोटियां दी मार पवेगी तेनू। ऐसा वचन लिखिया, खाए शूश कान को, सोटियां खावेगा। फिर महाराज जी बोले, कहंदे पांधा जी आप जी पढ़े हो जो मैनू पढ़ाउणा चाहुंदे हो? उन्हें आख्या हाँ नानक मैं पढ़िया। जेड़ी विद्या जेड़ी पढ़ाई तेरे काम आउणी है, तेरे पिता जी पटवारी आ, मैता वा, ते तू भी वड्डा हो करके पटवारी बन जावेगा जे पढ़ेगा। आख्या पांधा जी वो लेखा लिखो ते लिखाओ, विद्या पढ़ो ते पढ़ाओ, जिहदे नाल लेखा ही मुक जावे। सोभा ते पहले ही महाराज दी सुनी सी। गोपाल पांधे ने भी तलवंडी दे विच घर घर गुरु साहिब जी दी सोभा सी। रोज कोई ना कोई महाराज कौतक वरताया करते। गोपाल पांधे ने आख्या, श्री नानक जी वो केड़ा लेखा है जिसनों लिखण दे नाल लेखा ही मुक जांदा है? फिर बाबा जी ने श्री राग दा शब्द उच्चारण कीता। उदों 6 साल की उम्र सी महाराज साहब जी की। क्योंकि मझियां दे कौतक जिहड़े हन वो बाद विच होए ते कवीशर सिंह वो प्रसंग सुना रहे सी, इस करके पहला बेनती सांझी कीती। 6 साल की उम्र सी महाराज साहब जी जदों गोपाल पांधे पास गए। 1532 बिक्रमी लिखी है भाई कान सिंह नाभा। 1532 दे विच गोपाल पांधे उपदेश दे के निहाल कीता ते फिर दूसरे दिन ही हाले महाराज गए आ पाठशाला विच ते श्री राग दा शब्द उच्चारण कीता। फिर बाबा जी ने श्री राग महल पहिला, जाल मोह घस मस कर, मत कागज कर सार, भाओ कलम कर चित लेखारी, गुर पुछ लिख बीजार, लिख नाम सालाह लिख, लिख अंत न पारावार, बाबा एहो लेखा लिख जान, जिथे लेखा मंगीए तिथे होए सच्चा निशान। शब्द दा के होर भी लंबेरा। ये सारा शब्द महाराज साहब जी ने उच्चारण किया। ਇਹਦੇ ਵਿੱਚ ਬਾਬਾ ਜੀ ਨੇ ਦੱਸਿਆ ਕਿ ਸ਼ਾਹੀ ਕਿਹੜੀ ਚਾਹੀਦੀ ਹੈ, ਕਲਮ ਕਿਹੜੀ ਚਾਹੀਦੀ ਹੈ, ਲਿਖਾਰੀ ਕਿਹੜਾ ਤੇ ਕਾਗਜ਼ ਕਿਹੜਾ ਤੇ ਲਿਖਣਾ ਕਿਵੇਂ ਹੈ। ਜਾਲ ਮੋਹ ਘਸ ਮਸ ਕਰ। ਪਾਂਧਾ ਜੀ ਜਿਹੜਾ ਮੋਹ ਹੈ ਨਾ ਸਰੀਰ ਦਾ, ਪਰਿਵਾਰ ਦਾ, ਪਦਾਰਥਾਂ ਦਾ, ਇਹ ਮੋਹ ਨੂੰ ਸਾੜਨਾ ਹੈ ਬ੍ਰਹਮ ਅਗਨੀ ਦੁਆਰਾ। प्रभु का सिमरन भजन करके नाम अभ्यास की अग्नि द्वारा ये मोह नूं साड़ करके शाही बनानी है लेखा लिखण वाले। जाल मोह घस मस कर, मस कहंदे शाही, मत कागज कर सार। पांधा जी जिहड़ी साडी मत है ना इहनूं कागज बनाउणा है, जिन्हों आपां बुद्धि भी कह दिंदे हां, अकल भी कह दिंदे हां, मत भी कह दिंदे हां। पांधा जी ਇਹਦਾ ਕਾਗਜ਼ ਬਣਾਉਣਾ ਹੈ ਤੇ ਕਾਗਜ਼ ਉਸ ਤੇ ਹੀ ਲਿਖਿਆ ਜਾਂਦਾ ਹੈ ਜਿਹੜਾ ਸਾਫ਼ ਹੋਵੇ। ਜਿਹੜਾ ਸਾਫ਼ ਨਾ ਹੋਵੇ, ਜਿਹਦੇ ਤੇ ਪਹਿਲਾਂ ਕੁਝ ਲਿਖਿਆ ਹੋਵੇ, ਉਹਦੇ ਤੇ ਫਿਰ ਲਿਖਿਆ ਨਹੀਂ ਜਾਂਦਾ। ਇਹ ਜਿਹੜਾ ਬੁੱਧੀ ਦਾ ਕਾਗਜ਼ ਹੈ ਇਹਦੇ ਤੇ ਬਹੁਤ ਕੁਝ ਲਿਖਿਆ ਪਿਆ, ਇਹ ਮਿਟਾਉਣਾ ਪਵੇਗਾ, ਸਾਫ਼ ਕਰਨਾ ਪਵੇਗਾ। ਬੁੱਧੀ ਸਾਫ਼ ਇਹਦੇ ਤੇ ਲਿਖਣਾ। ਮਤ ਕਾਗਜ਼ ਕਰ ਸਾਰ,
ਲਿਖਣਾ ਕੀ ਉਹ ਬਾਅਦ ਵਿੱਚ ਦੱਸਣਗੇ। ਪਹਿਲਾਂ ਮਹਾਰਾਜ ਦੱਸ ਰਹੇ ਵੀ ਆਹ ਕਾਗਜ਼ ਚਾਹੀਦਾ ਹੈ, ਇਹ ਸ਼ਾਹੀ ਚਾਹੀਦੀ ਹੈ। ਕਲਮ ਪਾਂਦਾ ਜੀ ਕਿਹੜੀ ਚਾਹੀਦੀ ਹੈ? ਭਾਵਨਾ ਦੀ ਕਲਮ। ਭਾਵੋ ਕਲਮਕਾਰ ਭਾਵਨਾ ਦੀ ਕਲਮ ਲੈ। ਚਿੱਤ ਲਿਖਾਰੀ ਤੇ ਚਿੱਤ ਨੂੰ ਲਿਖਾਰੀ ਲਾਉਣਾ। ਪਾਂਦਾ ਜੀ ਜਿਹੜਾ ਸਾਡੇ ਅੰਦਰ ਚਿੱਤ ਹੈ ਨਾ, ਜਿਹਦੇ ਨਾਲ ਆਪਾਂ ਭੁੱਲੀਆਂ ਵਿਸਰੀਆਂ ਗੱਲਾਂ ਯਾਦ ਕਰਦੇ ਹਾਂ, ਚਿਤਵਣੀ ਕਰਦੇ ਹਾਂ, ਚੇਤਾ ਕਰਦੇ ਹਾਂ, ਉਸ ਚਿੱਤ ਨੂੰ ਲਿਖਾਰੀ ਲਾਉਣਾ ਹੈ। ਗੁਰ ਪੁੱਛ ਲਿਖ ਵਿਚਾਰ, ਤੇ ਗੁਰੂ ਸਾਹਿਬ ਨੂੰ ਪੁੱਛ ਕੇ ਵਿਚਾਰ ਕੇ ਇਹ ਲੇਖਾ ਲਿਖਣਾ ਹੈ, ਵਿਚਾਰ ਲਿਖਣੀ ਹੈ ਗੁਰੂ ਸਾਹਿਬ ਨੂੰ ਪੁੱਛ ਕੇ। ਪਾਂਦਾ ਕਹਿਣ ਲੱਗਾ ਸ੍ਰੀ ਨਾਨਕ ਜੀ ਲਿਖਣਾ ਕੀ ਹੈ? ਮਹਾਰਾਜ ਕਹਿੰਦੇ 3 ਗੱਲਾਂ ਲਿਖਣੀਆਂ ਪਾਂਦਾ ਜੀ। ਬਾਬਾ ਜੀ ਗੁਰਬਾਣੀ ਚ ਮਹਾਰਾਜ ਨੇ ਆਖਿਆ ਬਾਬਾ ਇਹੋ ਲੇਖਾ ਲਿਖ ਜਾਣ। 3 ਗੱਲਾਂ ਲਿਖਣੀਆਂ। ਇੱਕ ਲਿਖਣਾ ਹੈ ਇਹ ਬੁੱਧੀ ਦੇ ਕਾਗਜ਼ ਦੇ ਉੱਤੇ, ਮਤ ਦੇ ਕਾਗਜ਼ ਦੇ ਉੱਤੇ ਕਰਤਾਰ ਦਾ ਨਾਮ, ਪਰਮੇਸ਼ਰ ਦਾ ਨਾਮ, ਵਾਹਿਗੁਰੂ ਨਾਮ ਲਿਖਣਾ ਹੈ। ਤੇ ਦੂਸਰਾ ਲਿਖਣਾ ਹੈ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ। ਤੇ ਤੀਸਰੀ ਗੱਲ ਲਿਖਣੀ ਹੈ ਕਿ ਜਿਸ ਦਾ ਮੈਂ ਨਾਮ ਜਪਦਾ ਹਾਂ, ਜਿਸ ਦੀ ਮੈਂ ਸਿਫਤ ਸਲਾਹ ਕਰਦਾ ਹਾਂ, ਉਸ ਦਾ ਅੰਤ ਪਾਰਾਵਾਰ ਨਹੀਂ ਹੈ। ਉਹਦਾ ਅੰਤ ਪਾਰਾਵਾਰ ਨਹੀਂ ਹੈ। ਇਹ 3 ਗੱਲਾਂ ਲਿਖ ਲੋ ਤੇ ਪਾਂਦਾ ਜੀ ਲੇਖਾ ਹੀ ਮੁੱਕ ਜਾਵੇਗਾ। ਇਹ ਲੇਖਾ ਲਿਖੋ ਤੇ ਲਿਖਾਓ, ਇਹ ਪੜ੍ਹਾਈ ਪੜ੍ਹੋ ਤੇ ਪੜ੍ਹਾਓ। ਫਿਰ ਜਿੱਥੇ ਲੇਖਾ ਮੰਗਿਆ ਜਾਂਦਾ ਨਾ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਉਥੋਂ ਲੇਖਾ ਫਿਰ ਦੇਣਾ ਸੌਖਾ ਹੋ ਜਾਵੇਗਾ, ਲੇਖਾ ਮੁੱਕ ਜਾਵੇਗਾ। ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲੇਖਾਰੀ, ਗੁਰ ਪੁੱਛ ਲਿਖ ਵਿਚਾਰ। ਲਿਖ ਨਾਮ ਸਲਾਹ ਲਿਖ, ਲਿਖ ਅੰਤ ਨ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨੀਸਾਨ। ਪਾਂਦਾ ਨਿਹਾਲ ਹੋ ਗਿਆ। ਪਿਤਾ ਜੀ ਲੈਣ ਆਏ, ਉਹਨੇ ਆਖਿਆ ਮੈਂ ਕੀ ਪੜ੍ਹਾਉਣਾ ਹੈ ਸ੍ਰੀ ਨਾਨਕ ਜੀ ਨੂੰ, ਇਹ ਤਾਂ ਪਹਿਲਾਂ ਹੀ ਪੜ੍ਹੇ ਹੋਏ ਆ। ਮਹਾਰਾਜ ਨੇ 35 ਅੱਖਰਾਂ ਦੁਆਰਾ ਵੀ ਗੋਪਾਲ ਪਾਂਦੇ ਨੂੰ ਉਪਦੇਸ਼ ਦਿੱਤਾ ਸੀ। ਜਦੋਂ ਉਹਨੇ ਆਖਿਆ ਨਾ ਊੜਾ ਐੜਾ ਇਹ ਲਿਖ ਕੇ ਦਿੱਤਾ, ਤੇ ਗਰੀਬ ਨਵਾਜ ਸਾਹਿਬ ਨੇ ਆਖਿਆ ਪਾਂਦਾ ਜੀ ਊੜੇ ਦਾ ਅਰਥ ਕੀ ਹੈ? ਉਸਨੇ ਆਖਿਆ ਸ੍ਰੀ ਨਾਨਕ ਜੀ ਊੜੇ ਦਾ ਅਰਥ ਕੋਈ ਵੀ ਨਹੀਂ ਹੈ। ਮਹਾਰਾਜ ਕਹਿੰਦੇ ਐਸਾ ਥੋੜਾ ਹੋ ਸਕਦਾ, ਛੋਟੀ ਜੀ ਉਮਰ ਸੀ ਬਾਬਾ ਜੀ ਦੀ। ਕਹਿੰਦੇ ਊੜੇ ਦਾ ਕੋਈ ਅਰਥ ਹੈ? ਊੜਾ ਕੀ ਕਹਿੰਦਾ ਹੈ? ਉਹ ਕਹਿੰਦਾ ਕੱਲੇ ਅੱਖਰ ਦਾ ਕੋਈ ਅਰਥ ਨਹੀਂ ਹੁੰਦਾ, 2 ਅੱਖਰ ਜੁੜਨ ਤੇ ਕੋਈ ਸ਼ਬਦ ਬਣਦਾ ਹੈ, ਤੇ ਜਾਂ 3 ਜੁੜਨ 4, ਜਿੰਨੇ ਅੱਖਰ ਜੁੜੀ ਜਾਣ ਤੇ ਉਹਦਾ ਕੋਈ ਅਰਥ ਮੈਣਾ ਬਣਦਾ। ਮਹਾਰਾਜ ਕਹਿੰਦੇ ਨਹੀਂ, ਊੜਾ ਕੱਲਾ ਵੀ ਕੁਝ ਕਹਿੰਦਾ। ਉਸਨੇ ਆਖਿਆ ਤੁਸੀਂ ਦੱਸੋ ਕੀ ਕਹਿੰਦਾ? ਫਿਰ ਮਹਾਰਾਜ ਕਹਿੰਦੇ ਵੀ ਊੜਾ ਕਹਿੰਦਾ ਹੈ ਉਪਮਾ ਉਸਦੀ ਕਰੋ ਜਿਹਦਾ ਅੰਤ ਨਹੀਂ ਹੈ। ਊੜੈ ਉਪਮਾ ਤਾ ਕੀ ਕੀਜੈ, ਜਾ ਕਾ ਅੰਤ ਨ ਪਾਇਆ। ਇਹ ਪੱਟੀ ਲਿਖੀ ਬਾਣੀ ਉਚਾਰਨ ਕੀਤੀ ਮਹਾਰਾਜ ਨੇ ਦੂਸਰੇ ਦਿਨ ਜਦੋਂ ਪਾਠਸ਼ਾਲਾ ਵਿੱਚ ਗਏ ਸਨ। ਪੱਟੀ ਲਿਖੀ ਆਸਾ ਰਾਗ ਦੇ ਵਿੱਚ ਅੰਕਿਤ ਹੈ ਗੁਰੂ ਗ੍ਰੰਥ ਸਾਹਿਬ ਜੀ। 35 ਅੱਖਰ ਹਨ ਗੁਰਮੁਖੀ ਦੇ, 35 ਅੱਖਰ, ਤੇ ਇੱਕ ਅੱਖਰ ਦੁਆਰਾ ਉਪਦੇਸ਼ ਦਿੱਤਾ ਬਾਬਾ ਜੀ ਨੇ, ਇੱਕ ਅੱਖਰ ਦਾ। ਪਿਤਾ ਜੀ ਲੈਣ ਆਏ, ਗੋਪਾਲ ਪਾਂਦੇ ਨੇ ਆਖਿਆ ਮਹਿਤਾ ਜੀ ਤੁਹਾਡਾ ਪੁੱਤਰ ਸ੍ਰੀ ਨਾਨਕ ਤਾਂ ਪਹਿਲਾਂ ਹੀ ਪੜ੍ਹਿਆ ਹੋਇਆ, ਮੈਂ ਇਸ ਨੂੰ ਕੀ ਪੜ੍ਹਾਉਣਾ? ਇਹ ਤਾਂ ਸਭ ਸੰਸਾਰ ਨੂੰ ਪੜ੍ਹਾਵੇਗਾ, ਇਹ ਸਭ ਨੂੰ ਪੜ੍ਹਾਵੇਗਾ। ਬਿਨ ਪੜ੍ਹਾਏ ਪੜ੍ਹ ਰਹੇ ਹੋ ਅਵਰ ਪੜ੍ਹਾਵਣ ਹਾਰ। ਬਿਨਾਂ ਪੜ੍ਹਾਇਆ ਇਹ ਪੜ੍ਹ ਰਿਹਾ, ਇਹ ਤਾਂ ਹੋਰਨਾਂ ਨੂੰ ਪੜ੍ਹਾਵੇਗਾ। ਪਿਤਾ ਜੀ ਵਾਪਸ ਆਏ। ਇਸੇ ਤਰ੍ਹਾਂ ਸਮੇਂ ਦੇ ਨਾਲ ਸੰਸਕ੍ਰਿਤ ਤੇ ਹਿੰਦੀ ਪੜ੍ਹਾਉਣ ਵਾਲੇ ਬ੍ਰਿਜ ਲਾਲ ਪੰਡਤ ਕੋਲੇ ਮਹਾਰਾਜ ਸਾਹਿਬ ਜੀ ਨੂੰ ਪਿਤਾ ਜੀ ਲੈ ਕੇ ਗਏ, ਉਸ ਨੂੰ ਵੀ ਉਪਦੇਸ਼ ਦੇ ਕਰਕੇ ਨਿਹਾਲ ਕੀਤਾ। ਫਿਰ ਤੀਸਰੇ ਪੜ੍ਹਾਉਣ ਵਾਲੇ ਉਸਤਾਦ ਕੋਲੇ ਲੈ ਕਰਕੇ ਗਏ ਜਿਹੜਾ ਫਾਰਸੀ ਪੜ੍ਹਾਉਂਦਾ ਸੀ, ਮੌਲਵੀ ਕੁਤਬਦੀਨ, ਬਜ਼ੁਰਗ ਮੌਲਵੀ ਮਦਰਸੇ ਦੇ ਵਿੱਚ ਪੜ੍ਹਾਉਂਦਾ ਹੈ। ਕਈਆਂ ਸਾਲਾਂ ਤੋਂ ਬੱਚੇ ਉਹਦੇ ਪਾਸ ਪੜ੍ਹ ਰਹੇ ਹਨ। ਤੇ ਮਹਾਰਾਜ ਪਹਿਲੇ ਦਿਨ ਗਏ ਜਦੋਂ ਬੈਠੇ ਪਾਠਸ਼ਾਲਾ ਦੇ ਵਿੱਚ, ਤੇ ਗਰੀਬ ਨਵਾਜ ਸਾਹਿਬ ਜੀ ਨੇ
ਫਾਰਸੀ ਦੇ ਵਿੱਚ ਹੀ ਸ਼ਬਦ ਉਚਾਰਨ ਕਰਕੇ ਉਪਦੇਸ਼ ਦਿੱਤਾ। ਜੇ ਸੰਸਕ੍ਰਿਤ ਵਾਲੇ ਕੋਲੇ ਗਏ ਉਹਨੂੰ ਸੰਸਕ੍ਰਿਤ ਵਿੱਚ ਹੀ ਉਪਦੇਸ਼ ਦਿੱਤਾ, ਫਾਰਸੀ ਵਾਲੇ ਪਾਸ ਗਏ ਤੇ ਫਾਰਸੀ ਵਿੱਚ ਹੀ ਮਹਾਰਾਜ ਨੇ ਸ਼ਬਦ ਉਚਾਰ ਕੇ ਉਪਦੇਸ਼ ਦਿੱਤਾ। ਕਿਹੜਾ ਸ਼ਬਦ ਉਚਾਰਿਆ ਸੀ? ਤਿਲੰਗ ਰਾਗ ਦਾ ਪਹਿਲਾ ਸ਼ਬਦ, या कि अर्ज गुफ्तम पेश तो दरगोश कुन करतार, हक्का कबीर करीम तू बेऐब परवदगार, दुनिया मुकामे फानी तहकीक दिल दानी, मम सर मुए अजराइल गिरफ्त है दिल हेच ना दानी रहाओ, जन पिसर पदर बिरादरा कस नेस दस्तंगीर, आखिर बेअफ्तम कस ना दारद चूं स्वाद तकबीर, सब रोज गस्तम दर हवा कर देम बदी ख्याल, गाहे न नेकी कार करदम अमी जिनी अहवाल, बद वक्त हम क्यों वकील गाफिल, बेनजर बेबाक, नानक बगोयत जन तुरा, तेरे चाकरां पाखाक। गरीब नवाज ने उपदेश दिता, मौलवी निहाल होया। उसने भी आख्या कि ये तो पहलों ही पढ़िया होया, मैं की पढ़ाउणा, ये तो विद्या पैदा करने वाला, ये तो विद्या सिरजण वाला। उस तो बाद फिर पिता जी ने आख्या सी कि पढ़ाउण वालियां ने ते कह दिता कि तू पहलों ही पढ़िया होया। महाराज ने उन्हां पढ़ाउण वालियां नूं विद्या दा तत्त समझाया, सार समझाया भी जे धर्म दी विद्या ना पढ़ी ते फिर संसारी विद्या ये बड़ी सफली नहीं होनी। ये तां ही सफली है जे असीं धर्म नाल जुड़ांगे, सच नाल जुड़ांगे, वाहिगुरू नाल जुड़ांगे, ਤਾਂ ਸੰਸਾਰੀ ਵਿਦਿਆ ਬੜੀ ਸਫਲੀ ਹੈ, ਨਹੀਂ ਤਾਂ ਇਹ ਨਿਸਫਲ ਹੈ। ਫਿਰ ਪਿਤਾ ਜੀ ਨੇ ਆਖਿਆ ਸੀ ਕਿ ਪੜਾਉਣ ਵਾਲਿਆਂ ਨੇ ਤੇ ਕਹਿ ਦਿੱਤਾ ਤੂੰ ਪਹਿਲਾਂ ਹੀ ਪੜਿਆ, ਕੋਈ ਨਾ ਕੋਈ ਕੰਮਕਾਰ ਤੇ ਪੁੱਤਰ ਕਰਨਾ ਚਾਹੀਦਾ, ਮੱਝਾਂ ਗਾਵਾਂ ਚਾਰਿਆ ਕਰ। ਫਿਰ ਮੱਝਾਂ ਗਾਵਾਂ ਲੈ ਜਾਣੀਆਂ ਜਿਹੜੇ ਕੌਤਕ ਪਹਿਲਾਂ ਬੇਨਤੀ ਕੀਤੀ ਹੈ। ਫਿਰ ਸਮੇਂ ਨਾਲ ਮਹਾਰਾਜ ਸਾਹਿਬ ਜੀ ਘਰ ਦੇ ਵਿੱਚ ਰਹਿੰਦੇ ਹਨ। ਇੱਕ ਵਾਰੀ ਐਸਾ ਸਮਾਂ ਵੀ कि सतगुरु जी बराजे ही रहिंदे हन अपनी मौज दे विच, उत्ते चादर लै लैंदे बराजे रहिंदे। धन माता तृप्ता जी तिन्हां ने आप जी दे पिता जी नूं आखिया कि अपना पुत्र नानक तां लम्मे ही पिया रहिंदा, उत्ते चादर लै लैंदे, खांदे भी घट आ, बोलदे भी घट आ, पींदे भी घट आ। वैद नूं बुला करके लिया, वैद नूं बुला के लियाए पिता जी मेहता कल्याण चंद। वैद हरदास आ गया, उसने महाराज साहब जी की बांह फड़ी, बांह फड़ के नब्ज वेख के जदों वेखण लगा ते गुरु साहब जी चादर ला करके उठ के बैठ गए मंजे ते। कहन लगे भी मेरी बांह क्यों फड़ी है, नाले बांह छड़ा ली। वैद हरदास ने आख्या श्री नानक जी तुहाडे पिता जी मैनू बुला के लियाए आ, मैं बांह नब्ज वेखण वास्ते फड़ी है भी तुहानू रोग की है। तां गरीब नवाज साहब जी ने फिर श्लोक उचारण किया, वैद बुलाया वैद की पकड़ टंडोले बांह, भोला वैद ना जाने करक करेजे माहे। मारे कहंदे भी भोलिया वैदा तेनू शरीर विचों रोग कोई नहीं लभना, जे रोग होवे ते तां ही लभेगा, रोग है ही कोई नहीं। ਇਹ ਤਾਂ ਕਰਕੇ ਤੇ ਵੇਦਨ, ਇਹ ਤਾਂ ਬਿਰਥਾ, ਇਹ ਤਾਂ ਪੀੜਾ ਜਿਹੜੀ ਹੈ ਕਲੇਜੇ ਦੇ ਵਿੱਚ ਹੈ। ਇਹ ਪ੍ਰਭੂ ਦਾ ਵਿਜੋਗ, ਪ੍ਰਭੂ ਦਾ ਵਿਛੋੜਾ, ਪ੍ਰਭੂ ਦਾ ਪ੍ਰੇਮ। ਫਿਰ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਰੋਗ ਸਾਰੇ ਸੰਸਾਰ ਨੂੰ ਲੱਗਾ ਹੋਇਆ, ਹਉਮੈ ਦਾ, ਤ੍ਰਿਸ਼ਨਾ ਦਾ, ਵਕਾਰਾਂ ਦਾ, ਈਰਖਾ ਦਾ, ਕਈ ਰੋਗ ਗਿਣ ਕੇ ਦੱਸ ਦਿੱਤੇ, ਇਤਿਹਾਸ ਵਿੱਚ ਜ਼ਿਕਰ ਆਉਂਦਾ। ਨਿਹਾਲ ਹੋ ਗਿਆ ਉਹ ਵੈਦ, ਜਿਹੜਾ ਜਿਹੜਾ ਬਾਬਾ ਜੀ ਦੇ ਸੰਪਰਕ ਵਿੱਚ ਆਉਂਦਾ ਗਿਆ ਉਪਦੇਸ਼ ਲੈ ਕੇ ਨਿਹਾਲ ਹੀ ਹੁੰਦਾ ਗਿਆ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਇਸੇ ਤਰ੍ਹਾਂ ਜਿੱਥੇ ਰਾਏ ਭੋਏ ਤਲਵੰਡੀ ਨਗਰ ਦੀਆਂ ਗਲੀਆਂ ਨੂੰ ਪਵਿੱਤਰ ਕੀਤਾ, ਛੋਟੇ ਛੋਟੇ ਬੱਚਿਆਂ ਦੇ ਨਾਲ ਜਿਨ੍ਹਾਂ ਨਾਲ ਮਹਾਰਾਜ ਨੇ ਬਚਪਨ ਦੀਆਂ ਖੇਲਾਂ ਖੇਲੀਆਂ, ਉਹਨਾਂ ਨੂੰ ਉਪਦੇਸ਼ ਦੇ ਕੇ ਬ੍ਰਹਮ ਗਿਆਨ ਬਖਸ਼ਿਆ। ਪਿਤਾ ਜੀ ਨੇ ਇੱਕ ਵਾਰੀ ਆਖਿਆ कि कोई कारोबार करो, आ 20 रुपये लै जाओ, ਇਹਦਾ कोई खरा सौदा खरीदो, सच्चा सौदा।
ਵਪਾਰ ਕਰੋ, ਖਰੀਦ ਕੇ ਕੋਈ ਵੇਚੋ, ਕੋਈ ਮੁਨਾਫਾ ਲਿਆਓ। ਨਾਲ ਭਾਈ ਬਾਲਾ ਜੀ ਨੂੰ ਭੇਜਿਆ। 3 ਸਾਲ ਵੱਡੇ ਸਨ ਭਾਈ ਬਾਲਾ ਜੀ ਮਹਾਰਾਜ ਜੀ ਤੋਂ ਸ੍ਰੀ ਕਾਰਬਲਾ ਵਿੱਚ। ਭਾਈ ਮਰਦਾਨਾ ਜੀ ਮਹਾਰਾਜ ਸਾਹਿਬ ਜੀ ਤੋਂ 10 ਸਾਲ ਵੱਡੇ ਸਨ ਸ੍ਰੀ ਕਾਰਬਲਾ ਵਿੱਚ। ਭਾਈ ਬਾਲਾ ਜੀ ਨੂੰ ਨਾਲ ਭੇਜਿਆ। 20 ਰੁਪਏ ਦਿੱਤੇ ਪਿਤਾ ਜੀ ਨੇ। ਤੁਰੇ ਜਾ ਰਹੇ, ਛੋਟਾ ਜਿਹਾ ਜੰਗਲ ਅੱਗੇ ਆਇਆ। ਜਦੋਂ ਤਲਵੰਡੀ ਤੋਂ ਬਾਹਰ ਨਿਕਲੇ, ਉੱਥੇ ਵੇਖਿਆ ਤੇ ਸਾਧੂਆਂ ਦੀ ਮੰਡਲੀ ਹੈ ਤੇ ਤਪੱਸਿਆ ਕਰ ਰਹੇ। ਮਾਰੇ ਕਹਿੰਦੇ ਭਾਈ ਬਾਲਾ ਜੀ ਇਹਨਾਂ ਸਾਧੂਆਂ ਨੂੰ ਮਿਲ ਗਏ। ਉਹਨਾਂ ਨੂੰ ਜਾ ਕੇ ਮਿਲੇ ਹਨ। ਉਹ ਸਾਧੂਆਂ ਦੀ ਮੰਡਲੀ ਦੇ ਜਿਹੜੇ ਮੁਖੀ ਹਨ, ਮਹੰਤ, ਉਹਨਾਂ ਦਾ ਨਾਮ ਹੈ ਸੰਤਰੇਣ। ਸੰਤਰੇਣ ਜੀ ਜਾ ਕੇ ਮਿਲੇ। ਉਹਨਾਂ ਨੇ ਨਮਸਕਾਰ ਕੀਤੀ। ਮਹਾਰਾਜ ਨੇ ਸਤਿਕਾਰ ਕੀਤਾ ਉਹਨਾਂ ਦਾ। 15 ਸਾਲ ਦੀ ਸਰੀਰ ਕਾਰਬਲਾ ਸੀ ਉਦੋਂ ਸਤਿਗੁਰੂ ਜੀ। ਪੁੱਛਿਆ ਕਿ ਸੰਤ ਜੀ ਆਪ ਜੀ ਨੇ ਕੋਈ ਛਕਿਆ ਹੈ? ਇਹ ਆਪ ਜੀ ਦੇ ਸਾਥੀਆਂ ਨੇ ਜਿਹੜੇ ਤਪੱਸਿਆ ਕਰ ਰਹੇ ਆ, ਸਾਧੂਆਂ ਨੇ, ਕੋਈ ਪ੍ਰਸ਼ਾਦਾ ਪਾਣੀ ਛਕਿਆ ਹੈ? ਉਹ ਮੰਡਲੀ ਦੇ ਮਹੰਤ ਨੇ ਆਖਿਆ, ਕਹਿਣ ਲੱਗਾ ਜੀ 7 ਦਿਨ ਹੋ ਗਏ ਕੁਝ ਨਹੀਂ ਛਕਿਆ। ਇਤਿਹਾਸ ਵਿੱਚ ਬਚਨ ਲਿਖਿਆ 7 ਦਿਨ ਹੋ ਗਏ ਆ ਸਾਡੀ ਇਹ ਸਾਧੂਆਂ ਦੀ ਮੰਡਲੀ ਨੇ ਕੁਝ ਨਹੀਂ ਛਕਿਆ। ਮਹਾਰਾਜ ਕਹਿਣ ਲੱਗੇ 7 ਦਿਨ ਹੋ ਗਏ ਤੁਸੀਂ ਭੁੱਖੇ ਹੀ ਹੋ, ਕੁਝ ਨਹੀਂ ਛਕਿਆ? ਆ ਲਾਗੇ ਲਾਗੇ ਨਗਰ ਵਸਦੇ ਆ, ਪਿੰਡ ਵਸਦੇ ਆ, ਕਿਤੋਂ ਪ੍ਰਸ਼ਾਦਾ ਪਾਣੀ ਲੈ ਆਉਂਦੇ ਤੇ ਛਕ ਲੈਂਦੇ। ਕਹਿਣ ਲੱਗੇ ਜੀ ਸਾਡੀ ਮੰਡਲੀ ਦਾ ਅਸੂਲ ਹੈ, ਨਿਯਮ ਹੈ ਵੀ ਅਸੀਂ ਮੰਗਣ ਨਹੀਂ ਜਾਂਦੇ ਹਾਂ ਕਿਸੇ ਦੇ ਪਾਸ। ਹਰ ਇੱਕ ਦਾ ਕਿਸੇ ਨਾ ਕਿਸੇ ਦਾ ਕੋਈ ਅਸੂਲ ਹੁੰਦਾ ਹੈ, ਕੋਈ ਨਿਯਮ ਹੁੰਦਾ ਹੈ। ਉਹ ਕਹਿਣ ਲੱਗੇ ਸਾਡੇ ਜਥੇ ਦਾ ਅਸੂਲ ਹੈ ਵੀ ਅਸੀਂ ਮੰਗਣ ਨਹੀਂ ਜਾਂਦੇ ਹਾਂ ਕਿਸੇ ਦੇ ਘਰ ਵਿੱਚੋਂ। ਜੇ ਕੋਈ ਆਪਣੇ ਆਪ ਸਾਡੇ ਕੋਲੇ ਆ ਕੇ ਦੇ ਦੇਵੇ ਤੇ ਅਸੀਂ ਫਿਰ ਛਕ ਲੈਂਦੇ ਹਾਂ, ਤੇ ਨਹੀਂ ਤੇ ਜਲ ਛਕ ਲਈਦਾ ਹੈ, ਤੇ ਜੰਗਲ ਵਿੱਚ ਕੋਈ ਫਲ ਮਿਲ ਜਾਣ ਉਹ ਛਕ ਲਈਦੇ ਹਨ, ਪੱਤੇ ਆਦਿ ਛਕ ਲਈਦੇ। ਜੋ ਕੁਝ ਵਾਹਿਗੁਰੂ ਦਿੰਦਾ, ਕਰਤਾਰ ਦਿੰਦਾ, ਉਹ ਛਕ ਲੈਂਦਾ। ਮਹਾਰਾਜ ਕਹਿੰਦੇ ਭਾਈ ਬਾਲਾ ਜੀ ਇਹਨਾਂ ਨੇ 7 ਦਿਨਾਂ ਦਾ ਪ੍ਰਸ਼ਾਦਾ ਨਹੀਂ ਛਕਿਆ, ਤੇ ਇਹਦੇ ਨਾਲੋਂ ਖਰਾ ਸੌਦਾ ਕਿਹੜਾ ਹੈ? ਸੱਚਾ ਸੌਦਾ ਕਿਹੜਾ ਹੈ? ਇਹੀ ਪਿਤਾ ਜੀ ਨੇ ਆਖਿਆ ਇਹ ਖਰਾ ਸੌਦਾ ਕਰਿਓ ਕੋਈ ਜਿਹਦੇ ਚ ਲਾਭ ਹੋਵੇ। ਤੇ ਭਾਈ ਬਾਲਾ ਜੀ ਸਾਨੂੰ ਤੇ ਇਹਦੇ ਨਾਲੋਂ ਵੱਡਾ ਲਾਭ ਕੋਈ ਨਹੀਂ ਹੋਰ ਲੱਗਦਾ। ਇਹ ਲਾਭ ਵਾਲਾ ਸੌਦਾ, ਇਹ ਖਰਾ ਸੌਦਾ, ਇਹ ਸੱਚਾ ਸੌਦਾ ਹੈ। ਆਪਾਂ 20 ਰੁਪਏ ਇਹਨਾਂ ਨੂੰ ਦਈਏ ਸਾਧੂਆਂ ਨੂੰ, ਤੇ ਇਹ ਪ੍ਰਸ਼ਾਦਾ ਪਾਣੀ ਛਕਣਗੇ 7 ਦਿਨਾਂ ਦੇ ਭੁੱਖੇ ਆ, ਤੇ ਇਹ ਸੱਚਾ ਸੌਦਾ ਹੋਵੇਗਾ। ਜਦੋਂ ਆਖਿਆ ਸੰਤ ਜੀ ਆ 20 ਰੁਪਏ ਲੈ ਲਓ ਤੇ ਤੁਸੀਂ ਆਪ ਵੀ ਤੇ ਆਪਣੇ ਸਾਰੇ ਸਾਧੂਆਂ ਨੂੰ ਪ੍ਰਸ਼ਾਦਾ ਪਾਣੀ ਛਕਾਓ। ਉਹਨਾਂ ਆਖਿਆ ਵੀ ਅਸੀਂ ਪੈਸੇ ਕੀ ਕਰਨੇ ਆ, ਤੁਸੀਂ ਆਪ ਹੀ ਕਿਰਪਾ ਕਰੋ, ਰਸਤ ਬਸਤ ਲਿਆ ਦਿਓ ਸਾਨੂੰ ਤੇ ਸਾਧੂ ਪ੍ਰਸ਼ਾਦਾ ਪਾਣੀ ਤਿਆਰ ਕਰ ਲੈਣਗੇ। ਫਿਰ ਮਹਾਰਾਜ ਸਾਹਿਬ ਜੀ ਭਾਈ ਬਾਲਾ ਜੀ ਨੂੰ ਲੈ ਕਰਕੇ ਗਏ। ਬਾਜ਼ਾਰ ਵਿੱਚੋਂ, ਨਗਰ ਦੇ ਵਿੱਚੋਂ ਜਾ ਕਰਕੇ ਰਸਤ ਲਿਆਂਦੀ 20 ਰੁਪਈਆਂ ਦੀ। ਉਹਨਾਂ ਦਿਨਾਂ ਵਿੱਚ ਗੱਡਾ ਲੱਦਿਆ ਗਿਆ ਰਸਤ ਦਾ 20 ਰੁਪਈਆਂ ਦਾ। ਅੱਜ ਦੇ ਲੱਖ ਰੁਪਈਏ ਵਰਗੇ ਹੋਣੇ ਉਹ 20 ਰੁਪਈਏ ਉਦੋਂ ਦੇ। ਆ ਪੁਰਾਣੇ ਬਜ਼ੁਰਗ ਦੱਸਦੇ ਨਾ ਵੀ 50-70 ਰੁਪਈਆਂ ਦੀ ਉਹਨਾਂ ਦਿਨਾਂ 'ਚ ਮੱਝਾਂ ਆ ਜਾਂਦੀਆਂ ਸੀ। ਅੱਜ ਤੋਂ 100-150 ਸਾਲ ਪਹਿਲਾਂ ਹੀ। ਤੇ ਇਹ ਤਾਂ 500 ਸਾਲ ਤੋਂ ਪਹਿਲਾਂ ਦੀ ਗੱਲ ਹੈ। 550 ਸਾਲਾ ਪਿਛਲੇ ਸਾਲ ਮਨਾਇਆ ਸੀ, ਤੇ ਹੁਣ 551ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਇਤਕੀ ਮਹਾਰਾਜ ਦਾ। ਤਾਂ ਉਹ ਰਸਤ ਲਿਆ ਕਰਕੇ ਜਿਹਦੇ ਵਿੱਚ ਹਰ ਇੱਕ ਪ੍ਰਕਾਰ ਦੀ ਰਸਤ ਹੈ ਉਹ ਲਿਆ ਕੇ ਸਾਧੂਆਂ ਨੂੰ ਦਿੱਤੀ। ਤੇ ਉਹਨਾਂ ਨੇ ਬੇਨਤੀ ਕੀਤੀ ਸੰਤ ਰੇਣ ਜੀ ਨੇ ਵੀ ਆਪ ਜੀ ਹੁਣ ਚਲੇ ਜਾਓ ਤੇ ਸਾਧੂ ਆਪੇ ਬਣਾ ਕੇ ਛਕ ਲੈਣਗੇ। ਜਦੋਂ ਮਹਾਰਾਜ ਆ ਗਏ ਤੇ ਪਿੱਛੋਂ ਬਾਕੀ ਦੇ ਜਿਹੜੇ ਸੰਤ ਸੀ ਤਪਸਵੀ, ਉਹਨਾਂ ਨੇ ਆਖਿਆ ਆਪਣੇ ਮਹੰਤ ਨੂੰ ਬੇਨਤੀ ਕੀਤੀ ਵੀ ਮਹੰਤ ਜੀ ਤੁਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਚਲੇ ਜਾਓ, ਸਾਧੂ ਆਪੇ ਬਣਾ ਕੇ ਛਕ ਲੈਣਗੇ। ਇਸ ਤਰ੍ਹਾਂ ਕਿਉਂ ਆਖਿਆ? ਕਹਿਣ ਲੱਗੇ ਉਹ ਕਰਤਾਰ ਦਾ ਨੂਰ, ਉਹ ਖੁਦਾ ਦਾ ਨੂਰ, ਉਹਨਾਂ ਦਾ ਤੇਜ ਪ੍ਰਕਾਸ਼ ਹੀ ਐਸਾ ਸੀ ਝੱਲਿਆ ਨਹੀਂ ਜਾਂਦਾ ਸੀ।
ਤੇ ਉਹਨਾਂ ਨੇ ਸਾਨੂੰ ਇਹ ਰਸਦ ਦੇ ਦਿੱਤੀ, ਹਾਜ਼ਰ ਕਰ ਦਿੱਤੀ। ਸਭ ਨੂੰ ਦੇਣ ਵਾਲਾ ਕਰਤਾਰ ਹੀ ਹੈ। ਉਹ ਕਰਤਾਰ ਆਪ ਚੱਲ ਕੇ ਆਏ ਸੀ ਸਾਡੇ ਕੋਲੇ ਦੇਣ ਵਾਸਤੇ। ਤੇ ਤਾਂ ਮੈਂ ਬੇਨਤੀ ਕੀਤੀ ਵੀ ਹੁਣ ਤੁਸੀਂ ਕਿਰਪਾ ਕੀਤੀ ਹੈ, ਜਿੱਥੇ ਸਭ ਸੰਸਾਰ ਨੂੰ ਰੋਜੀ ਰੋਟੀ ਦੇ ਰਹੇ ਹੋ, ਸਾਡੇ ਤੇ ਵੀ ਇਹ ਕਿਰਪਾ ਕੀਤੀ। ਤੇ ਹੁਣ ਅਸੀਂ ਆਪ ਜੀ ਦੇ ਦਰਸ਼ਨ ਕਰ ਲਏ ਤੇ ਰਸਮ ਤੁਸੀਂ ਦੇ ਦਿੱਤਾ। ਹੁਣ ਆਪ ਜੀ ਜਾਓ, ਅਸੀਂ ਉਹਨਾਂ ਤੋਂ ਥੋੜਾ ਜਿਹਾ ਕੰਮ ਕਰਵਾਉਣਾ ਸੀ। ਐਸਾ ਇਤਿਹਾਸ ਵਿੱਚ ਲਿਖਿਆ। ਮਹਾਰਾਜ ਸਾਹਿਬ ਜੀ ਆਉਂਦੇ ਹਨ, ਭਾਈ ਬਾਲਾ ਜੀ ਨੂੰ ਕਹਿੰਦੇ ਵੀ ਤੁਸੀਂ ਚਲੇ ਜਾਓ ਘਰੇ ਤੇ ਮੈਂ ਹੁਣ ਇੱਥੇ ਬੈਠਦਾ। ਨਗਰ ਤੋਂ ਬਾਹਰ ਸੁੱਕਾ ਥਾਂ, ਨੀਵਾਂ ਥਾਂ, ਛੱਪੜ ਸੀ ਜਿੱਥੇ ਕਦੀ ਤੇ ਸੁੱਕਾ ਪਿਆ ਸੀ ਉਹ ਛੱਪੜ, ਉਹਦੇ ਕਿਨਾਰੇ ਤੇ ਬੈਠ ਗਏ। ਭਾਈ ਬਾਲਾ ਜੀ ਵਾਪਸ ਆਏ ਘਰ ਨੂੰ। ਮਹਾਰਾਜ ਦੇ ਪਿਤਾ ਜੀ ਨੇ ਵੇਖਿਆ ਕਿ ਭਾਈ ਬਾਲਾ ਆ ਗਿਆ ਤੇ ਮੇਰਾ ਪੁੱਤਰ ਨਾਨਕ ਨਹੀਂ ਆਇਆ। ਪੁੱਛਿਆ, ਭਾਈ ਬਾਲਿਆ ਨਾਨਕ ਕਿੱਥੇ ਹੈ? ਤੇ 20 ਰੁਪਈਏ ਉਹਨੇ ਸਾਰੀ ਗੱਲਬਾਤ ਦੱਸੀ। ਆਖਿਆ, ਤੂੰ ਵੱਡਾ ਸੀ, ਸਿਆਣਾ ਸੀ, ਤੈਨੂੰ ਤਾਂ ਹੀ ਤਾਂ ਮੈਂ ਨਾਲ ਭੇਜਿਆ ਸੀ, ਤੇ ਤੁਸੀਂ ਸਾਰਿਆਂ ਨੂੰ ਲੁਟਾ ਦਿੱਤੇ 20 ਰੁਪਈਏ। ਮੈਂ ਤਾਂ ਖਰਾ ਸੌਦਾ ਕਰਨ ਵਾਸਤੇ ਆਖਿਆ ਜੀ। ਭਾਈ ਬਾਲੇ ਕਹਿੰਦੇ, ਮੈਂ ਤਾਂ ਦਾਸ ਹਾਂ, ਤੁਹਾਡਾ ਵੀ ਤੇ ਸ੍ਰੀ ਨਾਨਕ ਜੀ ਦਾ ਵੀ ਦਾਸ ਹਾਂ, ਤੇ ਜੋ ਉਹਨਾਂ ਨੇ ਕੀਤਾ ਠੀਕ ਹੀ ਕੀਤਾ, ਤੇ ਮੈਨੂੰ ਨਾ ਕੁਝ ਵੀ ਆਖੋ ਤੁਸੀਂ, ਮੈਂ ਤਾਂ ਉਹਨਾਂ ਦਾ ਦਾਸ ਹਾਂ, ਮੈਂ ਕਿਵੇਂ ਕਹਿਣਾ ਮੋੜ ਸਕਦਾ ਸੀ? ਤੁਸੀਂ ਆਪ ਹੀ ਜਾ ਕੇ ਪੁੱਛ ਲਓ। ਮਹਾਰਾਜ ਸਾਹਿਬ ਦੇ ਪਿਤਾ ਜੀ ਬਹੁਤ ਗੁੱਸੇ ਵਿੱਚ ਆਏ। ਮਹਿਤਾ ਕਲਿਆਣ ਚੰਦ ਮਾਤਾ ਜੀ ਨੂੰ ਵੀ ਪਤਾ ਲੱਗਾ, ਭੈਣ ਨਾਨਕੀ ਜੀ ਨੂੰ ਵੀ ਪਤਾ ਲੱਗਾ ਵੀ ਪਿਤਾ ਜੀ ਗੁੱਸੇ ਵਿੱਚ ਆਏ, ਤੇ ਉਸੇ ਵੇਲੇ ਬਾਹਰ ਨੂੰ ਚੱਲ ਪਏ ਵੀ ਕਿੱਥੇ ਬੈਠਾ ਹੈ ਹੁਣ। ਜਦੋਂ ਜਾ ਕੇ ਵੇਖਿਆ ਤੇ ਸੁੱਕੇ ਛੱਪੜ ਦੇ ਕਿਨਾਰੇ ਤੇ ਬੈਠੇ ਮਹਾਰਾਜ ਸਾਹਿਬ। ਜਾਂਦਿਆਂ ਸਾਰੀ ਵੀ 20 ਰੁਪਈਏ ਤੈਨੂੰ ਇਸ ਕਰਕੇ ਦਿੱਤੇ ਸੀ ਵੀ ਸਾਧਾਂ ਨੂੰ ਛਕਾ ਦਵਾਂ। 2 ਚਪੇੜਾਂ ਮਾਰ ਦਿੱਤੀਆਂ, ਇੱਕ ਸੱਜੀ ਗੱਲ ਤੇ ਜ਼ੋਰ ਨਾਲ ਇੱਕ ਖੱਬੀ ਗੱਲ। ਪਿਤਾ ਹੀ ਪੁੱਤਰ ਦੇ ਮਾਰ ਸਕਦਾ ਨਾ, ਪਿਤਾ ਸੀ। ਤੇ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ, ਆਪਣੇ ਸੁਭਾਅ ਨਾਲ, ਅਸੀਂ ਆਖਾਂਗੇ ਕਿਉਂ ਮਾਰੀਆਂ। ਤੇ ਅੱਜ ਦਾ ਵੀ ਕੋਈ ਵੀ ਪਿਤਾ ਸੰਸਾਰੀ ਹੈ, ਉਹਨੇ ਲੱਖ ਰੁਪਇਆ ਦਿੱਤਾ ਹੋਵੇ ਕੋਈ ਕੰਮ ਕਰਨ ਵਾਸਤੇ ਆਪਣੇ ਪੁੱਤਰ ਨੂੰ, ਤੇ ਉਹ ਜਾ ਕੇ ਇੱਥੇ ਲੰਗਰ ਚ ਪਾਵੇ। ਜੇ ਤੇ ਆਖਿਆ ਹੋਵੇ ਵੀ ਜਾ ਕੇ ਲੰਗਰ ਚੱਲਦਾ ਹੈ ਉੱਥੇ ਬੇਬੇ ਨਾਨਕੀ ਜੀ ਦੇ ਸਥਾਨ ਤੇ, ਭਾਵੇਂ ਉੱਥੇ ਲੰਗਰ ਦੇ ਵਿੱਚ ਆ, ਫਿਰ ਤਾਂ ਠੀਕ ਹੈ ਪਿਤਾ ਦੀ ਸਲਾਹ ਦੇ ਨਾਲ। ਤੇ ਜੇ ਉਹਨੇ ਆਖਿਆ ਵੀ ਕੋਈ ਇਹਦਾ ਤੂੰ ਕਾਰੋਬਾਰ ਚਲਾਉਣਾ ਅਤੇ ਤੈਨੂੰ ਲੱਖ ਰੁਪਇਆ ਦਿੱਤਾ, ਇਹਦਾ ਕਾਰੋਬਾਰ ਚਲਾਉਣਾ, ਤੇ ਉਹ ਹੋਰ ਕਿਤੇ ਖਰਚ ਆਵੇ, ਤੇ ਫਿਰ ਤੇ ਇਹ ਕੁਝ ਕਰਨਾ ਪਿਤਾ ਨੇ। ਜਦੋਂ 2 ਚਪੇੜਾਂ ਮਾਰ ਦਿੱਤੀਆਂ, ਇੰਨੇ ਚਿਰ ਨੂੰ ਪਿੱਛੇ ਭੈਣ ਨਾਨਕੀ ਜੀ ਵੀ ਪਹੁੰਚ ਗਏ। ਮਾਤਾ ਜੀ ਨੇ ਭੇਜ ਦਿੱਤਾ, ਜਾ ਕੇ ਹੱਥ ਫੜ ਲਿਆ ਪਿਤਾ ਜੀ ਦਾ ਵੀ ਨਾ ਬਾਬਲਾ ਨਾ। ਇੰਨੇ ਚਿਰ ਨੂੰ ਪਿੱਛੇ ਮਾਤਾ ਜੀ ਵੀ ਚਲੇ ਗਏ, ਚਾਚਾ ਲਾਲੂ ਜੀ ਚਲੇ ਗਏ, ਹੋਰ ਵੀ ਚਲੇ ਗਏ, ਤੇ ਸਾਰਿਆਂ ਨੂੰ ਪਤਾ ਲੱਗ ਗਿਆ ਵੀ 20 ਰੁਪਈਏ ਮਹਿਤਾ ਜੀ ਨੇ ਦਿੱਤੇ ਸੀ ਤੇ ਸ੍ਰੀ ਨਾਨਕ ਜੀ ਨੇ ਉਹ ਸਾਧੂਆਂ ਨੂੰ ਛਕਾ ਦਿੱਤੇ। ਰਾਏ ਬਲਾਰ ਨੂੰ ਪਤਾ ਲੱਗਦਾ। ਰਾਏ ਬਲਾਰ ਜੀ ਮਹਾਰਾਜ ਸਾਹਿਬ ਜੀ ਦੇ ਪਿਤਾ ਜੀ ਨੂੰ ਆਪਣੇ ਪਾਸ ਬੁਲਾਉਂਦੇ। ਉਹ ਕਹਿੰਦੇ, ਮਹਿਤਾ ਜੀ ਮੈਂ ਤੈਨੂੰ ਆਖਿਆ ਸੀ ਨਾ ਕਿ ਸ੍ਰੀ ਨਾਨਕ ਜੀ ਨੂੰ ਪੁੱਤਰ ਕਰਕੇ ਨਾ ਜਾਣੀਏ, ਖੁਦਾ ਦਾ ਨੂਰ ਏ, ਤੂੰ ਫਿਰ ਪੁੱਤਰ ਕਰਕੇ ਸਮਝਦਾ ਹੈ। ਇਸ ਦੇ ਕਰਕੇ ਮੇਰੇ ਤਲਵੰਡੀ ਵਸਦੀ ਹੈ, ਇਸ ਦੇ ਕਰਕੇ ਸਾਰਾ ਸੰਸਾਰ ਖਾਂਦਾ ਹੈ, ਤੂੰ ਫਿਰ ਪੁੱਤਰ ਹੀ ਸਮਝਦਾ। ਤੂੰ 20 ਰੁਪਈਆਂ ਦੇ ਬਦਲੇ ਸ੍ਰੀ ਨਾਨਕ ਜੀ ਦੇ ਚਪੇੜਾ ਮਾਰ ਦਿੱਤੀਆਂ, ਆ 20 ਰੁਪਈਏ ਮੇਰੇ ਤੋਂ ਲੈ ਲਾ। ਇਤਿਹਾਸ ਵਿੱਚ ਲਿਖਿਆ ਉਹਨੇ ਦੇ ਵੀ ਦਿੱਤੇ। ਮਹਾਰਾਜ ਦੇ ਪਿਤਾ ਜੀ ਲੈਂਦੇ ਨਹੀਂ ਕਿ ਮਹਿਤਾ ਜੀ ਇਹ ਕੀ ਕਰਦੇ ਹੋ, ਪਰ ਉਹਨੇ ਆਖਿਆ ਇੰਜ ਨਾ ਕਰਿਆ ਕਰ, ਨਾ ਗੁੱਸੇ ਹੋਇਆ ਕਰ, ਨਾ ਚਪੇੜਾ ਮਾਰਿਆ ਕਰ। ਗੁਰੂ ਸਾਹਿਬ ਜੀ ਨੇ ਮਾਤਾ ਪਿਤਾ ਜੀ ਦੇ ਉੱਤੇ ਆਪਣੀ ਮਾਇਆ ਦਾ ਪਰਦਾ ਪਾ ਹੀ ਰੱਖਿਆ ਸਾਧ ਸੰਗਤ ਵਿੱਚ। ਜਿਨ੍ਹਾਂ ਸਤਿਗੁਰਾਂ ਨੇ ਸਾਰਿਆਂ ਦਾ ਪਰਦਾ ਚੁੱਕ ਦਿੱਤਾ, ਗਿਆਨ ਬਖਸ਼ਿਆ, ਆਪ ਪਾਇਆ, ਜਾਣ ਬੁੱਝ ਕੇ ਪਾਇਆ। ਕਿਉਂ ਪਾਇਆ? ਜੇ ਪਹਿਲਾਂ ਹੀ ਮਹਾਰਾਜ ਸਾਹਿਬ ਜੀ ਪਰਦਾ ਚੁੱਕ ਦਿੰਦੇ ਤੇ ਮਾਤਾ ਪਿਤਾ ਨੇ ਮੱਥਾ ਟੇਕਣ ਲੱਗ ਪੈਣਾ ਸੀ ਵੀ ਇਹ ਸਾਡਾ ਪੁੱਤਰ ਨਹੀਂ, ਇਹ ਪਰਮੇਸ਼ਰ ਹੈ। ਤੇ ਜੇ ਪਹਿਲਾਂ ਹੀ ਮੱਥਾ ਟੇਕਦੇ, ਇਹ ਪਰਦਾ ਚੁੱਕ ਦਿੰਦੇ, ਤੇ ਸੰਸਾਰੀ ਮਰਿਆਦਾ ਕਾਇਮ ਨਹੀਂ ਰਹਿਣੀ। ਸੰਸਾਰੀ ਮਰਿਆਦਾ ਇਹ ਹੈ ਕਿ ਪੁੱਤਰ ਮਾਂ ਪਿਓ ਦੇ ਚਰਨੀ ਹੱਥ ਲਾਉਂਦਾ ਹੈ, ਪੁੱਤਰ ਮਾਂ ਪਿਓ ਦੀਆਂ ਝਿੜਕਾਂ ਖਾਂਦਾ ਹੈ,
ਪੁੱਤਰ ਮਾਂ ਪਿਓ ਦੇ ਪੈਰੀਂ ਹੱਥ ਲਾਉਂਦਾ ਹੈ, ਪੁੱਤਰ ਧੀ ਉਹ ਆਪਣੇ ਮਾਤਾ ਪਿਤਾ ਨੂੰ ਮੱਥਾ ਟੇਕਦੇ ਆ। ਇਹ ਮਰਿਆਦਾ ਸੰਸਾਰੀ ਤੇ ਵੀ ਕਾਇਮ ਰਹਿਣੀ ਚਾਹੀਦੀ ਸੀ। ਤਾਂ ਮਹਾਰਾਜ ਸਾਹਿਬ ਜੀ ਨੇ ਇਹ ਪਰਦਾ ਬਣਾ ਰੱਖਿਆ। ਅਖੀਰ ਤੇ ਜਾ ਕੇ ਮਹਾਰਾਜ ਨੇ ਚੁੱਕ ਦਿੱਤਾ ਸੀ ਪਰਦਾ। ਉਹਨਾਂ ਇਹ ਵੀ ਇਤਿਹਾਸ ਵਿੱਚ ਲਿਖਿਆ ਵੀ ਮਾਤਾ ਪਿਤਾ ਦੇ ਕਈਆਂ ਜਨਮਾਂ ਦੀ ਭਗਤੀ ਸੀ ਤੇ ਇੱਛਾ ਇਹੀ ਸੀ ਵੀ ਸਾਡੇ ਘਰੇ ਪਰਮੇਸ਼ਰ ਪੁੱਤਰ ਰੂਪ ਵਿੱਚ ਪ੍ਰਗਟ ਹੋਏ। ਹੁਣ ਪੁੱਤਰ ਪਰਮੇਸ਼ਰ ਪੁੱਤਰ ਰੂਪ ਦੇ ਵਿੱਚ ਪ੍ਰਗਟ ਹੋਵੇ। ਪਰਮੇਸ਼ਰ ਪੁੱਤਰ ਬਣ ਕੇ ਤੇ ਆ ਗਿਆ ਤੇ ਪਰਮੇਸ਼ਰ ਨੇ ਕੰਮ ਤੇ ਪਰਮੇਸ਼ਰ ਵਾਲੇ ਹੀ ਕਰਨੇ ਆ ਨਾ, ਫਿਰ ਸੰਸਾਰੀ ਪੁੱਤਰ ਵਾਲੇ ਥੋੜਾ ਕਰੂਗਾ। ਉਹ ਮੋਹ ਦੇ ਵਿੱਚ ਥੋੜਾ ਫਸੂਗਾ, ਕਾਮ ਦੇ ਵਿੱਚ, ਕ੍ਰੋਧ ਵਿੱਚ, ਲੋਭ ਵਿੱਚ, ਮੋਹ ਵਿੱਚ, ਹੰਕਾਰ ਵਿੱਚ, ਝੂਠ ਨਿੰਦਿਆ, ਚੁਗਲੀ, ਈਰਖਾ ਵਿੱਚ ਥੋੜਾ ਫਸਣਾ ਪਰਮੇਸ਼ਰ ਨੇ। ਪਰਮੇਸ਼ਰ ਪੁੱਤਰ ਤਾਂ ਬਣ ਗਿਆ ਭਗਤੀ ਕਰਕੇ, ਮਾਤਾ ਪਿਤਾ ਦੀ ਭਗਤੀ ਕਈਆਂ ਜਨਮਾਂ ਦੀ। ਪਰ ਪੁੱਤਰ ਨੇ ਬਚਪਨ ਤੋਂ ਹੀ ਘਰ ਦੇ ਵਿੱਚ ਜੋ ਕੁਝ ਆ ਘਰ ਦੀਆਂ ਵਸਤੂਆਂ ਬਾਹਰ ਜਾ ਕੇ ਲੁਟਾ ਦੇਣਾ। ਪਿਤਾ ਗੁੱਸੇ ਹੋਇਆ ਕਰਦੇ। ਗੁਰਬਾਣੀ ਦੀ ਪੰਕਤੀ ਆਪਾਂ ਪੜ੍ਹਦੇ ਆ, ਕਈ ਵਾਰੀ ਸੁਣਦੇ ਆ, ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਸੱਚੇ ਰਾਹ ਤੇ ਚੱਲਦੇ ਆ, ਜਿਹੜਾ ਵੀ ਕੋਈ ਸੱਚੇ ਰਸਤੇ ਤੇ ਚੱਲਦਾ ਹੈ ਜਹਾਨ ਉਹਦੀ ਉਸਤਤੀ ਕਰਦਾ ਹੈ। ਪਰ ਸੱਚੇ ਰਾਹ ਤੇ ਚੱਲਣ ਵਾਸਤੇ ਕਠਿਨਾਈਆਂ ਵੀ ਬੜੀਆਂ ਝੱਲਣੀਆਂ ਪੈਂਦੀਆਂ। ਭਾਵੇਂ ਰੱਬ ਪਰਮੇਸ਼ਰ ਵੀ ਮਨੁੱਖਾ ਸਰੀਰ ਵਿੱਚ ਆਇਆ। ਅੱਜ ਲੰਗਰ ਚੱਲਣ ਦਾ ਇਹਨਾਂ ਥਾਂ ਥਾਂ ਤੇ, ਦੇਸ਼ ਵਿੱਚ ਵਿਦੇਸ਼ ਵਿੱਚ ਜਿੱਥੇ ਵੀ ਕੋਈ ਭੀੜ ਬਣਦੀ ਹੈ ਤੇ ਉੱਥੇ ਗੁਰੂ ਨਾਨਕ ਸਾਹਿਬ ਦੇ ਸਿੱਖ ਜਾ ਕੇ ਲੰਗਰ ਲਾਉਂਦੇ ਆ। ਉੱਥੇ ਕਿਹਾ ਜਾਂਦਾ ਨਾ ਬਾਬੇ ਨਾਨਕ ਦੇ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਲੰਗਰ ਚੱਲ ਰਿਹਾ ਵੀ। ਲੰਗਰ ਨਾ ਮਸਜਿਦ ਵਿੱਚ ਮਿਲਦਾ ਨਾ ਮੰਦਿਰ ਵਿੱਚ ਮਿਲਦਾ। ਲੰਗਰ ਉੱਥੇ ਮਿਲਦਾ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਗੁਰੂ ਨਾਨਕ ਸਾਹਿਬ ਜੀ ਦਾ ਦਰਬਾਰ ਹੈ। ਉੱਥੇ ਨਿਸ਼ਾਨ ਝੁਲਦੇ, ਉੱਥੇ ਦਰਬਾਰ ਤੇ ਉੱਥੇ ਹੀ ਲੰਗਰ ਮਿਲਦਾ। ਤੇ ਕੋਈ ਆ ਜਾਵੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਜਿੱਥੇ ਉਪਦੇਸ਼ ਸਾਂਝਾ ਉੱਥੇ ਲੰਗਰ ਵੀ ਸਾਂਝਾ। ਪੰਗਤ ਵਿੱਚ ਬੈਠ ਕੇ ਕੋਈ ਛਕ ਲਵੇ। ਇਹ ਲੰਗਰ ਦੀ ਮਰਿਆਦਾ ਕਾਇਮ ਹੋਈ ਤੇ ਲੰਗਰ ਚਲਾਉਣ ਵਾਸਤੇ ਪਿਤਾ ਦੇ ਕੋਲੋਂ ਚਪੇੜਾਂ ਖਾਧੀਆਂ ਬਾਬੇ ਨੇ। 20 ਰੁਪਈਆਂ ਦਾ ਜਦੋਂ ਲੰਗਰ ਲਾਇਆ, ਪਿਤਾ ਨੇ ਚਪੇੜਾਂ ਮਾਰੀਆਂ ਵੀ ਤੈਨੂੰ ਲੰਗਰ ਲਾਉਣ ਵਾਸਤੇ ਥੋੜਾ 20 ਰੁਪਏ ਦਿੱਤੇ, ਤੈਨੂੰ ਤੇ ਖਰਾ ਸੌਦਾ ਕਰਨ ਵਾਸਤੇ, ਕੋਈ ਵਪਾਰ ਕਰਨ ਵਾਸਤੇ, ਸੱਚਾ ਸੌਦਾ ਕਰਨ ਵਾਸਤੇ ਦਿੱਤੇ। ਤੇ ਮਹਾਰਾਜ ਨੇ ਆਖਿਆ ਪਿਤਾ ਜੀ ਇਹਦੇ ਤੋਂ ਵੱਡਾ ਸੱਚਾ ਸੌਦਾ ਹੀ ਕੋਈ ਨਹੀਂ। ਭੁੱਖੇ ਨੂੰ ਰੋਟੀ ਮਿਲ ਜਾਵੇ ਇਹਦੇ ਨਾਲੋਂ ਸੱਚਾ ਸੌਦਾ ਕਿਹੜਾ? ਜਿਹੜਾ ਭੁੱਖਾ ਹੈ ਉਹਨੂੰ ਪ੍ਰਸ਼ਾਦਾ ਮਿਲ ਜਾਵੇ, ਇਹੀ ਸੱਚਾ ਸੌਦਾ। ਆਤਮਾ ਦੀ ਖੁਰਾਕ ਨਾਮ ਹੈ, ਭਜਨ ਹੈ। ਸਰੀਰ ਦੀ ਖੁਰਾਕ ਭੋਜਨ ਹੈ। ਭੋਜਨ ਵੀ ਮਿਲਣਾ ਚਾਹੀਦਾ ਤੇ ਭਜਨ ਵੀ ਮਿਲਣਾ ਚਾਹੀਦਾ। ਔਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿੱਥੇ ਸੰਸਾਰ ਦਾ ਭਲਾ ਕੀਤਾ, ਉੱਥੇ ਸਾਧ ਸੰਗਤ ਜੀ ਬਾਬਾ ਜੀ ਨੂੰ ਕਈ ਕਠਿਨਾਈਆਂ ਵੀ ਝੱਲਣੀਆਂ ਪਈਆਂ। ਕਈਆਂ ਨੇ ਪੁਰਾਈਆ ਆਖਿਆ, ਪੁਰਾਈਆ ਵੱਟੇ ਮਾਰੇ, ਨਗਰ ਚ ਨਹੀਂ ਬਹਿਣ ਦਿੱਤਾ। ਇੱਥੇ ਉਹ ਬਾਅਦ ਚ ਬੇਨਤੀ ਸਾਂਝੀ ਕਰਾਂਗੇ। ਕਿਸੇ ਨੇ ਭੂਤ ਨਾ ਆਖਿਆ, ਕਿਸੇ ਨੇ ਬਿਤਾਲਾ ਆਖਿਆ, ਕਿਸੇ ਨੇ ਆਖਿਆ ਸਾਡੇ ਵਰਗਾ ਹੀ ਆਦਮੀ ਹੈ, ਕਿਸੇ ਨੇ ਆਖਿਆ ਵਿਚਾਰਾ ਹੈ। ਕੋਈ ਆਖਿਆ ਭੂਤ ਨਾ ਕੋ ਕਹੈ ਬਿਤਾਲਾ, ਕੋਈ ਆਖਿਆ ਆਦਮੀ ਨਾਨਕ ਵਿਚਾਰਾ। ਬਚਪਨ ਦੇ 15 ਵਰੇ ਮਹਾਰਾਜ ਸਾਹਿਬ ਜੀ ਨੇ ਰਾਏ ਭੋਏ ਦੀ ਤਲਵੰਡੀ, ਜਿਸ ਦਾ ਨਾਮ ਫਿਰ ਰਾਏ ਬੁਲਾਰ ਨੇ, ਉਹਨੇ ਆਖਿਆ ਵੀ ਮੇਰੇ ਪਿਤਾ ਜੀ ਦੇ ਨਾਂ ਉੱਤੇ ਰਾਏ ਭੋਏ, ਉਹਨਾਂ ਦੇ ਪਿਤਾ ਜੀ ਸਨ, ਵੀ ਮੇਰੇ ਪਿਤਾ ਜੀ ਦੇ ਨਾਂ ਉੱਤੇ ਰਾਏ ਭੋਏ ਦੀ ਤਲਵੰਡੀ ਸੀ ਤੇ ਹੁਣ ਮੈਂ ਆਪਣੇ ਮੁਰਸ਼ਦ ਦੇ ਨਾਂ ਉੱਤੇ ਇਸ ਨਗਰ ਦਾ ਨਾਮ ਰੱਖਦਾ ਹਾਂ, ਜਿਨ੍ਹਾਂ ਦਾ ਮੈਂ ਮੁਰੀਦ ਬਣਿਆ ਹਾਂ, ਸ੍ਰੀ ਨਾਨਕ ਜੀ। ਉਹ ਇੱਥੇ ਆਏ ਆ, ਉਹਨਾਂ ਨੇ ਇੱਥੇ ਅਵਤਾਰ ਧਾਰਿਆ। ਇਸ ਕਰਕੇ ਅੱਜ ਤੋਂ ਬਾਅਦ ਰਾਏ ਭੋਏ ਦੀ ਤਲਵੰਡੀ ਨੂੰ ਨਨਕਾਣਾ ਸਾਹਿਬ ਆਖਿਆ ਕਰੋ। ਨਾਨਕ ਆਣਾ, ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਆਉਣਾ ਕੀਤਾ। ਮਹਾਰਾਜ ਦੇ ਨਾਮ ਤੇ ਇੱਕ ਸਰੋਵਰ ਵੀ ਰਾਏ ਬੁਲਾਰ ਨੇ ਲਾਇਆ ਸੀ, ਔਰ ਉਹਨੇ ਆਪਣੀ ਜ਼ਮੀਨ ਵੀ ਗੁਰੂ ਸਾਹਿਬ ਦੇ ਨਾਮ ਲਾਈ। 1000 ਏਕੜ ਜਿਹੜੀ ਜ਼ਮੀਨ ਹੈ ਨਨਕਾਣਾ ਸਾਹਿਬ ਦੀ, ਅੱਜ ਵੀ ਬਾਬਾ ਜੀ ਦੇ ਨਾਮ ਤੇ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ 1000 ਏਕੜ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਮ ਉੱਤੇ ਰਾਏ ਬੁਲਾਰ ਨੇ ਲਾਈ ਸੀ।
ਔਰ ਉਸੇ ਨੇ ਹੀ ਬੇਬੇ ਨਾਨਕੀ ਜੀ ਦਾ ਰਿਸ਼ਤਾ ਕਰਵਾਇਆ ਸੀ। ਭਾਈਆ ਜੈ ਰਾਮ ਜੀ ਦੇ ਨਾਲ ਸਤਿਕਾਰਯੋਗ ਬਾਬਾ ਪਰਮਾਨੰਦ ਜੀ ਦੇ ਸੁਪੁੱਤਰ ਸਨ ਭਾਈ ਜੈ ਰਾਮ ਜੀ, ਤੇ ਭਾਈਆ ਜੈ ਰਾਮ ਜੀ ਦੇ ਨਾਲ ਬੇਬੇ ਨਾਨਕੀ ਜੀ ਦਾ ਵਿਆਹ ਹੋਇਆ। ਆਨੰਦ ਕਾਰਜ ਹੋਇਆ ਇੱਥੇ ਸੁਲਤਾਨਪੁਰ ਸਾਹਿਬ। ਬੇਬੇ ਜੀ ਦੇ ਸਥਾਨ ਤੇ ਹਾਜ਼ਰੀਆਂ ਭਰ ਰਹੇ ਹਨ। ਰਾਏ ਬੁਲਾਰ ਦੇ ਬੇਨਤੀ ਕਰਨ ਤੋਂ ਭਾਈਆ ਜੈ ਰਾਮ ਜੀ ਨੂੰ ਵੀ ਬੇਨਤੀ ਕੀਤੀ ਸੀ, ਬੇਬੇ ਨਾਨਕੀ ਜੀ ਨੂੰ ਵੀ ਬੇਨਤੀ ਕੀਤੀ ਸੀ, ਮਹਾਰਾਜ ਦੇ ਪਿਤਾ ਜੀ ਨੂੰ ਵੀ ਤੇ ਗੁਰੂ ਸਾਹਿਬ ਜੀ ਨੂੰ ਵੀ, ਤੇ ਫਿਰ ਮਹਾਰਾਜ ਜੀ ਨੂੰ ਇੱਥੇ ਭੇਜਿਆ ਸੀ। ਸਤਿਗੁਰੂ ਜੀ 1541 ਬਿਕਰਮੀ ਦੇ ਵਿੱਚ ਸੁਲਤਾਨਪੁਰ ਸਾਹਿਬ ਆਏ, ਮੋਦੀਖਾਨਾ ਸੰਭਾਲਿਆ। 1542 ਬਿਕਰਮੀ ਦੇ ਵਿੱਚ 16 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਮੋਦੀਖਾਨਾ ਸੰਭਾਲਿਆ। ਜਦੋਂ 17 ਸਾਲ ਦੀ ਉਮਰ ਹੋਈ ਨਾ ਬਾਬਾ ਜੀ ਦੀ ਸਰੀਰ ਕਾਰਵਾਲਾ, 1543 ਦੇ ਵਿੱਚ ਮੋਦੀਖਾਨਾ ਕਰਦਿਆਂ ਹੋਇਆਂ ਭਾਈ ਬਾਲਾ ਜੀ ਨਾਲ ਸਨ। ਮੋਦੀਖਾਨੇ ਦੇ ਵਿੱਚ ਬਚਪਨ ਦੇ ਮਿੱਤਰ ਸਨ ਭਾਈ ਬਾਲਾ ਜੀ ਮਹਾਰਾਜ, ਜਿਹੜੇ ਗੁਰੂ ਸਾਹਿਬ ਦੇ ਨਾਲ ਦੋਵੇਂ ਸਿੱਖ ਉਦਾਸੀਆਂ ਦੇ ਵਿੱਚ ਰਹੇ, ਭਾਈ ਬਾਲਾ ਜੀ ਤੇ ਭਾਈ ਮਰਦਾਨਾ। ਉਹਨਾਂ ਦੋਹਾਂ ਸਿੱਖਾਂ ਦਾ ਜਨਮ ਵੀ ਰਾਏ ਭੋਏ ਦੀ ਤਲਵੰਡੀ ਦਾ ਹੀ ਹੈ। ਭਾਈ ਮਰਦਾਨਾ ਜੀ ਦੇ ਪਿਤਾ ਜੀ ਸਨ ਭਾਈ ਬਾਦਰਾ ਮਿਰਾਸੀ ਜੀ, ਭਾਈ ਬਾਲਾ ਜੀ ਦੇ ਪਿਤਾ ਜੀ ਭਾਈ ਚੰਦਰਭਾਨ ਜੀ। ਸੋ ਸਾਡੇ ਸਤਿਕਾਰਯੋਗ ਬਾਬਾ ਜੀ ਗਿਆਨੀ ਜੋਗਾ ਸਿੰਘ ਜੀ ਇਸ ਸਥਾਨ ਦੇ ਹੈਡ ਗ੍ਰੰਥੀ, ਮੁੱਖ ਗ੍ਰੰਥੀ, ਜਿਨ੍ਹਾਂ ਨੇ ਪਹਿਲਾਂ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਰਹਿ ਕਰਕੇ ਵੀ ਮਹਾਨ ਸੇਵਾ ਨਿਭਾਈਆਂ। ਹੁਣ ਇਸ ਸਥਾਨ ਦੇ ਉੱਤੇ ਸਾਰੀ ਸੇਵਾ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਹੈ। ਗੁਰਬਾਣੀ ਦੀ ਇਤਿਹਾਸ ਦੀ ਕਥਾ ਵੀ ਸੰਗਤਾਂ ਨੂੰ ਸੁਣਾਉਂਦੇ ਹਨ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਸਾਧ ਸੰਗਤ ਜੀ ਇੱਥੇ 43 ਦੇ ਵਿੱਚ ਮਹਾਰਾਜ ਸਾਹਿਬ ਜੀ ਜਦੋਂ 17 ਸਾਲ ਦੀ ਸਰੀਰ ਕਾਰਬਲਾ ਸੀ, ਗੁਰੂ ਸਾਹਿਬ ਜੀ ਦਾ ਮੰਗਣਾ ਹੁੰਦਾ ਹੈ ਮਾਤਾ ਸੁਲੱਖਣੀ ਜੀ ਦੇ ਨਾਲ। ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਹੁਰਾ ਸਾਹਿਬ ਬਾਬਾ ਮੂਲ ਚੰਦ ਜੀ, ਸੱਸ ਸਾਹਿਬ ਮਾਤਾ ਚੰਦੂ ਰਾਣੀ ਜੀ, ਉਹਨਾਂ ਦੇ ਸੁਪੁੱਤਰੀ ਸਨ ਮਾਤਾ ਸੁਲੱਖਣੀ ਜੀ। ਜਗਤ ਮਾਤਾ, ਸਾਡੇ ਪੂਜਨੀਕ ਮਾਤਾ, ਧੰਨ ਮਾਤਾ ਸੁਲੱਖਣੀ। ਔਰ ਇਹ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ 1544 ਦੇ ਵਿੱਚ ਮਹਾਰਾਜ ਸਾਹਿਬ ਜੀ ਦੀ ਬਰਾਤ ਫਿਰ ਇੱਥੇ ਚੜੀ ਹੈ। 18 ਸਾਲ ਦੀ ਬਾਬਾ ਜੀ ਦੀ ਸਰੀਰ ਕਾਰਬਲਾ ਸੀ ਉਸ ਵੇਲੇ, ਤੇ ਬਹੁਤ ਵੱਡੀ ਜੰਗ ਬਰਾਤ ਬਾਬਾ ਜੀ, ਪਿਤਾ ਜੀ, ਚਾਚਾ ਜੀ, ਨਾਨਾ ਬਾਬਾ ਰਾਮਾ ਜੀ ਤੇ ਮਾਮਾ ਕ੍ਰਿਸ਼ਨਾ ਜੀ ਬਰਾਤ ਵਿੱਚ ਸ਼ਾਮਲ ਸਨ। ਹੋਰ ਵੀ ਬੇਦੀ ਪਰਿਵਾਰ ਰਾਏ ਭੋਏ ਦੀ ਤਲਵੰਡੀ ਤੋਂ ਇੱਥੇ ਸੁਲਤਾਨਪੁਰ ਸਾਹਿਬ ਆਏ। ਬੇਬੇ ਨਾਨਕੀ ਜੀ ਦੇ ਘਰ ਵਿੱਚ ਰੌਣਕਾਂ ਲੱਗੀਆਂ, ਇੱਥੋਂ ਬਰਾਤ ਚੜੀ। ਪਰਿਵਾਰ ਨੇ ਤਾਂ ਬਰਾਤੀ ਬਣ ਕੇ ਜਾਣਾ ਹੀ ਜਾਣਾ ਸੀ, ਰਿਸ਼ਤੇਦਾਰਾਂ ਨੇ, ਤੇ ਆ ਸਿੱਖਾਂ ਰੂਪੀ ਰਿਸ਼ਤੇਦਾਰ ਬੜੇ ਬਰਾਤ ਵਿੱਚ ਗਏ। ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਸੇਵਕ, ਬਹੁਤ ਵੱਡਾ ਇਕੱਠ, ਹਾਥੀ, ਘੋੜੇ, ਊਠ, ਗੱਡੇ ਬਾਬਾ ਜੀ ਦੇ ਬਰਾਤ ਵਿੱਚ। ਹਰ ਇੱਕ ਦੀ ਇੱਛਾ, ਕਹਿੰਦੇ ਵੀ ਆਪਾਂ ਵੀ ਜਾਵਾਂਗੇ ਜੀ ਆਪਣੇ ਮੋਦੀ ਦੀ ਬਰਾਤ। ਮਹਾਰਾਜ ਸਾਹਿਬ ਮੋਦੀ ਖਾਨਾ ਕਰਦੇ ਸੀ ਨਾ, ਮੋਦੀ ਬਣ ਕੇ। ਬਹੁਤ ਵੱਡਾ, ਨਿੱਕੀ ਜੀ ਦੁਕਾਨ ਨਹੀਂ ਸੀ, ਗੁਰਦੁਆਰਾ ਹੱਟ ਸਾਹਿਬ ਸਾਹਮਣੇ ਆਪਾਂ ਦਰਸ਼ਨ ਕਰਦੇ ਆ। ਬਹੁਤ ਵੱਡੇ ਗੋਦਾਮ ਹੁੰਦੇ ਸਨ। ਜਿੰਨੀ ਸਰਕਾਰੀ ਰਸਤ ਸੀ ਨਾ, ਇਹ ਫਸਲ ਜਿਹੜੀ ਸੀ ਉਹਦਾ ਜਿੰਨਾ ਸਰਕਾਰੀ ਹਿੱਸਾ ਹੁੰਦਾ ਸੀ, ਦੌਲਤ ਖਾਨ ਲੋਧੀ ਜਿਹੜਾ ਲੈਂਦਾ ਸੀ, ਉਸ ਮੋਦੀ ਖਾਨੇ ਵਿੱਚ ਜਮ੍ਹਾਂ ਕੀਤਾ ਜਾਂਦਾ ਸੀ। ਉਹਦੇ ਵਿੱਚੋਂ ਫਿਰ ਸਾਰੇ ਲੋਕਾਂ ਨੂੰ ਉਹ ਰਸਤ ਬਾਬਾ ਜੀ ਦਿੰਦੇ ਸਨ। ਦੌਲਤ ਖਾਨ ਲੋਧੀ ਦੀ ਜਿੰਨੀ ਫੌਜ ਸੀ, ਸਿਪਾਹੀ ਸਨ, ਉਹ ਵੀ ਉੱਥੋਂ ਹੀ ਰਸਤ ਲੈ ਕਰਕੇ ਲੰਗਰ ਪਾਣੀ ਤਿਆਰ ਕਰਦੇ ਸਨ। ਬਹੁਤ ਵੱਡਾ ਮੋਦੀ ਖਾਨਾ ਸੀ, ਜਿਹਦੀ ਸਾਰੀ ਜ਼ਿੰਮੇਵਾਰੀ ਬਾਬਾ ਜੀ ਦੀ ਸੀ। ਤੇ ਮਹਾਰਾਜ ਸਾਹਿਬ ਜੀ 13 ਕਹਿ ਕੇ, ਪਹਿਲਾਂ 13 ਤੇ 13 ਤੋਂ ਫਿਰ 13, ਵੀ ਸਭ ਕੁਝ ਤੇਰਾ ਹੀ। 13 ਕਹਿ ਕੇ ਝੋਲੀਆਂ ਭਰੀ ਜਾਂਦੇ, ਸਭ ਦੀਆਂ ਝੋਲੀਆਂ। ਉਹ ਜਿੰਨਿਆਂ ਦੀਆਂ ਝੋਲੀਆਂ ਭਰੀਆਂ ਨਾ, ਉਹ ਕਹਿੰਦੇ ਸਾਡੀਆਂ ਗਰੀਬੀਆਂ ਕੱਢ ਦਿੱਤੀਆਂ ਮਹਾਰਾਜ ਨੇ, ਸਾਡੇ ਪਿਆਰੇ ਮੋਦੀ ਨੇ, ਤੇ ਅਸੀਂ ਉਹਨਾਂ ਦਾ ਵਿਆਹ ਹੈ, ਆਨੰਦ ਕਾਰਜ ਹੈ। ਉਦੋਂ ਵਿਆਹ ਹੀ ਕਹਿੰਦੇ ਹੁੰਦੇ ਸੀ, ਆਨੰਦ ਕਾਰਜ ਬਾਅਦ ਚ ਆਖਣ ਲੱਗੇ। ਅਸੀਂ ਵੀ ਉਹਨਾਂ ਦੀ ਬਰਾਤ ਜਾਣਾ। ਬਹੁਤ ਸੰਗਤਾਂ ਚਲੇ ਗਈਆਂ, ਜਿਨ੍ਹਾਂ ਤੋਂ ਨਹੀਂ ਤੁਰਿਆ ਜਾਂਦਾ, ਪੌੜੀਆਂ ਵਾਲੇ ਵੀ ਗਏ ਬਾਬਾ ਜੀ ਦੀ ਬਰਾਤ ਵਿੱਚ। ਬਹੁਤ ਵੱਡਾ ਇਕੱਠ।
ਉਧਰਲੇ ਬੰਨਿਓ ਵੇਖ ਕਰਕੇ ਕਈ ਹੋਰ ਤਰ੍ਹਾਂ ਵੀ ਕਰਨ ਵੀ ਇਹ ਕਿਸ ਤਰ੍ਹਾਂ ਦੇ ਵਿੱਚ ਹੋਰ ਵੀ ਆ ਗਏ ਸਿੱਧੇ ਸਾਧੇ ਬਰਾਤ ਵਿੱਚ। ਤੇ ਬਾਬਾ ਜੀ ਸਾਰਿਆਂ ਦੇ ਮਿੱਤਰ ਪਿਆਰੇ, ਸਾਰਿਆਂ ਦੇ ਨਾਲ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਤ ਤੇਰੇ ਅਖੁੱਟ ਭੰਡਾਰਾ। ਜਦੋਂ ਹੋਣ ਲੱਗੀਆਂ ਲਾਵਾਂ ਤੇ ਪੰਡਿਤ ਕਹਿਣ ਲੱਗਾ ਵੀ ਅੱਗ ਦੇ ਦੁਆਲੇ ਲਾਵਾਂ ਕਰਨੀਆਂ, ਅੱਗ ਦੇ ਦੁਆਲੇ ਵੇਦੀ ਰੱਖੀ, ਅੱਗ ਵਾਲੀ ਮੰਤਰ ਪੜ੍ਹੇ ਜਾਣਗੇ, ਅੱਗ ਦੇ ਦੁਆਲੇ ਲਾਵਾਂ ਹੋਣਗੀਆਂ। ਮਹਾਰਾਜ ਕਹਿੰਦੇ ਅੱਗ ਦੇ ਦੁਆਲੇ ਨਹੀਂ ਅਸੀਂ ਲਾਵਾਂ ਕਰਨੀਆਂ। ਕਹਿੰਦੇ ਸ੍ਰੀ ਨਾਨਕ ਜੀ ਤੁਸੀਂ ਕਾਹਦੇ ਦੁਆਲੇ ਕਰੋਗੇ ਪਰਿਕਰਮਾ? ਮਹਾਰਾਜ ਕਹਿੰਦੇ ਅੱਗ ਤੇ ਇੱਕ ਤੱਤ ਵਾ ਪੰਜਾਂ ਤੱਤਾਂ ਵਿੱਚੋਂ, ਅੱਗ ਤੇ ਇੱਕ ਕਿਰਤ ਵਾ, ਅਸੀਂ ਤੇ ਕਰਤੇ ਦੀਆਂ ਪਰਿਕਰਮਾ ਕਰਨੀਆਂ। ਅਸੀਂ ਤੱਤ ਦੀ ਨਹੀਂ, ਅੱਗ ਦੀਆਂ ਨਹੀਂ, ਅੱਗ ਨੂੰ ਬਣਾਉਣ ਵਾਲੇ ਦੀਆਂ ਪਰਿਕਰਮਾ ਕਰਾਂਗੇ। ਕਹਿੰਦੇ ਉਹ ਕੌਣ? ਮਹਾਰਾਜ ਕਹਿੰਦੇ ਉਹ ਪਰਮੇਸ਼ਰ, ਉਹ ਸ਼ਬਦ। ਵਾਹ ਵਾਹ ਬਾਣੀ ਨਿਰੰਕਾਰ ਬਾਚ ਮਹਾਰਾਜ ਨੂੰ ਉਚਾਰਿਆ ਸ਼ਬਦ ਗੁਰੂ ਸੁਰਤ ਧੁਨ ਚੇਲਾ ਪਹਿਲਾਂ ਹੀ ਆਖਿਆ। ਫਿਰ ਮੂਲ ਮੰਤਰ ਗਰੀਬ ਨਵਾਜ ਸਾਹਿਬ ਨੇ ਉਚਾਰ ਕੇ, ਭਾਈ ਮਣੀ ਸਿੰਘ ਜੀ ਨੇ ਲਿਖਿਆ ਕਿ ਮੂਲ ਮੰਤਰ ਮਹਾਰਾਜ ਸਾਹਿਬ ਜੀ ਨੇ ਲਿਖ ਕੇ ਕਾਗਜ਼ ਤੇ ਚੌਂਕੀ ਦੇ ਉੱਤੇ ਰੱਖ ਕੇ ਇੱਕ ਬਸਤਰ ਹੇਠਾਂ ਵਿਛਾਇਆ, ਇੱਕ ਉੱਪਰ ਬਸਤਰ ਦਿੱਤਾ ਤੇ ਫਿਰ ਆਪਣੇ ਮਹਿਲ ਸਾਡੇ ਮਾਤਾ ਜੀ ਮਾਤਾ ਸੁਲੱਖਣੀ ਜੀ ਪੱਲਾ ਫੜਾ ਕਰਕੇ ਤੇ ਮੂਲ ਮੰਤਰ ਦੇ ਦੁਆਲੇ ਪਰਿਕਰਮਾ ਕੀਤੀਆਂ, ਬਾਣੀ ਦੇ ਦੁਆਲੇ ਪਰਿਕਰਮਾ ਕੀਤੀ। ਆਨੰਦ ਕਾਰਜ ਹੋ ਗਿਆ, ਵਿਆਹ ਹੋ ਗਿਆ ਬਾਬਾ ਜੀ ਦਾ 18 ਸਾਲ ਦੀ ਉਮਰ ਦੇ ਵਿੱਚ 1544 ਬਿਕਰਮੀ ਨੂੰ। ਹੁਣ ਬਰਾਤ ਬਾਅਦ ਵਿੱਚ ਬਿਠਾਈ ਜਾਂਦੀ ਨਾ, ਆਨੰਦ ਕਾਰਜ ਤੋਂ ਬਾਅਦ ਬਰਾਤ ਬਿਠਾਈ ਹੈ ਤੇ ਕੱਚੀ ਕੰਧ ਦੇ ਲਾਗੇ ਬਰਾਤ ਬਿਠਾਈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਵਚਨ ਲਿਖਿਆ ਬਾਬਾ ਜੀ ਦੇ ਵਿਆਹ ਦੇ ਪ੍ਰਸੰਗ ਬਾਬਤ। ਕਹਿੰਦੇ ਵੀ ਉਹਨਾਂ ਪੰਡਤਾਂ ਨੇ ਰੋਹ ਵਿੱਚ ਆ ਕੇ ਵੀ ਇਹਨਾਂ ਨੇ ਚੱਲੀ ਆਉਂਦੀ ਪੀੜ੍ਹੀਆਂ ਤੋਂ ਸਦੀਆਂ ਤੋਂ ਜਿਹੜੀ ਸਾਡੀ ਅੱਗ ਦੇ ਦੁਆਲੇ ਲਾਵਾਂ ਕਰਨ ਦੀ ਇਹ ਰੀਤ ਸੀ ਉਹਨੂੰ ਬਦਲ ਦਿੱਤਾ। ਕੁਝ ਬੰਦੇ ਖਰੀਦੇ ਪੈਸੇ ਦੇ ਕੇ, ਪੈਸੇ ਨਾਲ ਸਾਰਾ ਕੁਝ ਖਰੀਦਿਆ ਜਾਂਦਾ। ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰੇ ਉਹ ਨਹੀਂ ਖਰੀਦੇ ਜਾਂਦੇ, ਨਹੀਂ ਤੇ ਬਹੁਤੀ ਦੁਨੀਆ ਪੈਸੇ ਨਾਲ ਖਰੀਦੀ ਜਾਂਦੀ। ਉਹਨਾਂ ਨੇ ਕੁਝ ਆਦਮੀਆਂ ਨੂੰ ਪੈਸੇ ਦਿੱਤੇ ਤੇ ਆਖਿਆ ਵੀ ਇਹ ਜਿਹੜਾ ਲਾੜਾ ਹੈ ਨਾ, ਇਹਨੇ ਸਾਡੀ ਅੱਗ ਦੇ ਦੁਆਲੇ ਵਿਆਹ ਕਰਨ ਦੀ ਰਸਮ ਭੰਗ ਕਰ ਦਿੱਤੀ ਆ, ਧੱਕਾ ਮਾਰ ਕੇ ਕੰਧ ਦੇ ਉੱਤੇ ਸੁੱਟ ਕੇ ਇਹਨੂੰ ਥੱਲੇ ਦੇ ਕੇ ਮਾਰ ਦਿਓ, ਖਤਮ ਕਰ ਦਿਓ। ਹਾਲੇ ਉਹ ਤਾਂ ਤਿਆਰੀ ਕਰ ਰਹੇ ਸੀ ਆਪਣੀ ਵੀ ਆਪਾਂ ਇਹ ਧੱਕਾ ਮਾਰ ਕੇ ਕੱਚੀ ਕੰਧ ਉੱਤੇ ਸੁੱਟ ਦੇਣੀ। ਇੱਕ ਬਜ਼ੁਰਗ ਮਾਈ ਨੇੜਿਓਂ ਦੀ ਲੰਘੀ, ਉਹਨੇ ਆਖਿਆ ਵੀ ਕਾਕਾ ਬਾਲਕਿਆ ਇਹ ਕੰਧ ਕੱਚੀ ਹੈ, ਡਿੱਗਣ ਵਾਲੀ ਹੈ ਪੁੱਤਰ, ਇਹਦੇ ਤੋਂ ਪਾਸੇ ਮੰਜੀਆਂ ਕਰ ਲਓ। ਬਰਾਤੀਓ ਪਾਸੇ ਕਰ ਲਓ ਮੰਜੀਆਂ। ਮਹਾਰਾਜ ਸਾਹਿਬ ਜੀ ਮੰਜੀ ਤੇ ਬੈਠੇ ਹੋਏ ਸਨ। ਗਰੀਬ ਨਵਾਈ ਕਹਿਣ ਲੱਗੇ ਮਾਤਾ ਜੀ ਇਹ ਕੰਧ ਨਹੀਂ ਡਿੱਗਦੀ। ਸਤਿਗੁਰੂ ਬੋਲੇ, ਕਹਿਣ ਲੱਗੇ ਸਾਡੇ ਵਿਆਹ ਦੀ ਨਿਸ਼ਾਨੀ ਆ, ਇਹ ਨਹੀਂ ਡਿੱਗਦੀ, ਸਦੀਆਂ ਤੀਕ ਰਹੇਗੀ। ਇਹ ਬਚਨ ਕੀਤੇ ਸਤਿਗੁਰੂ ਜੀ ਨੇ। ਅੱਜ ਵੀ ਉੱਥੇ ਸੰਗਤਾਂ ਦਰਸ਼ਨ ਕਰਨ ਵਾਸਤੇ ਜਾਂਦੀਆਂ। ਗੁਰਦੁਆਰਾ ਕੰਧ ਸਾਹਿਬ ਬਣਿਆ ਹੋਇਆ, ਸਦੀਆਂ ਬੀਤ ਗਈਆਂ, 500 ਸਾਲ ਤੋਂ ਵੱਧ ਸਮਾਂ ਹੋ ਗਿਆ, ਕੰਧ ਡਿੱਗੀ ਨਹੀਂ। ਉਹਦੇ ਵਿੱਚ ਕੋਈ ਲੈਂਟਰ ਨਹੀਂ ਪਾਇਆ, ਕੋਈ ਸਰਗੇ ਬਜਰੀ ਨਹੀਂ ਪਾਏ, ਕੱਚੀ ਕੰਧ ਵਾ 10 ਫੁੱਟ ਦੀ, ਤੇ ਹਾਲੇ ਵੀ ਸੀਸੇ 'ਚ ਮੜ ਕੇ ਰੱਖੀ ਆ। 500 ਸਾਲ ਬੀਤਣ ਤੋਂ ਮਗਰੋਂ ਗੁਰਦੁਆਰਾ ਕੰਧ ਸਾਹਿਬ ਬਣਿਆ ਹੋਇਆ। ਗਰੀਬ ਨਵਾਜ ਸਾਹਿਬ ਜੀ ਦੀ ਬਰਾਤ ਇੱਥੇ ਆਈ। ਇੱਥੋਂ ਸਮੇਂ ਨਾਲ ਫਿਰ ਮਹਾਰਾਜ ਵਾਪਸ ਵੀ ਆਪਣੇ ਨਗਰ ਵੀ ਗਏ, ਤਲਵੰਡੀ ਵਿੱਚ ਵੀ ਮਾਤਾ ਜੀ ਨੂੰ ਲੈ ਕੇ ਫਿਰ ਇੱਥੇ ਆ ਕਰਕੇ ਕਾਰਜ ਕੀਤਾ। ਜੋ ਗੁਰੂ ਕਾ ਬਾਗ ਸਾਹਿਬ ਸਥਾਨ ਹੈ, ਉੱਥੇ ਮਹਾਰਾਜ ਦਾ ਘਰ ਸੀ। ਉੱਥੇ ਮਾਤਾ ਸੁਲੱਖਣੀ ਜੀ ਤੇ ਗੁਰੂ ਸਾਹਿਬ ਜੀ ਉੱਥੇ ਰਿਹਾ ਕਰਦੇ। ਕਈ ਵਾਰੀ ਮੋਦੀ ਖਾਨੇ ਵਿੱਚ ਹੀ ਰਹਿ ਪੈਣਾ, ਕਈ ਵਾਰੀ ਉੱਥੇ ਆਪਣੇ ਘਰੇ ਜਾਣਾ। ਉਸੇ ਥਾਂ ਤੇ ਫਿਰ ਗੁਰੂ ਸਾਹਿਬ ਜੀ ਦੇ ਦੋਵੇਂ ਸਾਹਿਬਜ਼ਾਦੇ ਪ੍ਰਗਟ ਹੋਏ। ਜਦੋਂ ਬਾਬਾ ਜੀ ਦੀ 25 ਸਾਲ ਦੀ ਸਰੀਰ ਕਾਰਬਲਾ ਹੋਈ 1551 ਬਿਕਰਮੀ ਸੰਮਤ ਦੇ ਵਿੱਚ, ਤੇ ਵੱਡਾ ਸਾਹਿਬਜ਼ਾਦਾ ਪ੍ਰਗਟ ਹੋਇਆ, ਧੰਨ ਬਾਬਾ ਸ਼੍ਰੀ ਚੰਦ ਜੀ। ਬਾਬਾ ਜੀ ਦੀ ਉਦੋਂ 25 ਸਾਲ ਦੀ ਉਮਰ ਸੀ ਸਾਧ ਸੰਗਤ ਜੀ, ਜਦੋਂ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਹੋਇਆ ਗੁਰੂ ਸਾਹਿਬ ਜੀ ਦੇ ਘਰੇ। ਤੇ ਜਨਮ ਤੋਂ ਬਾਅਦ ਹੀ ਨਾਮ ਰੱਖਿਆ ਮਹਾਰਾਜ ਸਾਹਿਬ ਜੀ ਨੇ, ਤੇ ਬੇਬੇ ਨਾਨਕੀ ਜੀ ਨੂੰ ਦੇ ਦਿੱਤਾ ਬਾਬਾ ਸ਼੍ਰੀ ਚੰਦ। ਥੋੜੇ ਸਮੇਂ ਬਾਅਦ ਉਦੋਂ ਹੀ ਵਚਨ ਕਰ ਦਿੱਤਾ, ਬੇਬੇ ਜੀ ਇਹ ਸ਼੍ਰੀ ਚੰਦ ਤੁਹਾਡਾ, ਕਿਉਂਕਿ ਬੇਬੇ ਨਾਨਕੀ ਜੀ ਦੇ ਘਰ ਵਿੱਚ ਕੋਈ ਸੰਤਾਨ ਨਹੀਂ ਸੀ ਤੇ ਉਹਨਾਂ ਨੇ ਇੱਛਾ ਵੀ ਨਹੀਂ ਪ੍ਰਗਟ ਕੀਤੀ।
ਉਹ ਭਾਣੇ ਦੇ ਵਿੱਚ ਰਹਿਣ ਵਾਲੇ, ਰਜਾ ਨੂੰ ਮੰਨਣ ਵਾਲੇ, ਉਹਨਾਂ ਨੇ ਬੇਨਤੀ ਵੀ ਨਹੀਂ ਕੀਤੀ ਵੀ ਮੇਰੇ ਘਰ ਦੇ ਵਿੱਚ ਸੰਤਾਨ ਚਾਹੀਦੀ ਹੈ, ਤੁਸੀਂ ਕਿਰਪਾ ਕਰੋ। ਨਹੀਂ, ਬਸ ਭਾਣੇ ਦੇ ਵਿੱਚ ਆਨੰਦ ਹੈ। ਤੇ ਮਹਾਰਾਜ ਸਾਹਿਬ ਨੇ ਕਹਿ ਦਿੱਤਾ ਵੀ ਬੇਬੇ ਜੀ ਆ ਵੱਡਾ ਪੁੱਤਰ ਇਹ ਤੁਹਾਡਾ ਹੈ। ਬੇਬੇ ਜੀ ਨੇ ਫਿਰ ਬਾਬਾ ਸ਼੍ਰੀ ਚੰਦ ਜੀ ਨੂੰ ਪਾਲਿਆ ਤੇ ਉਹ ਜਿੱਥੇ ਬੈਠਦੇ ਸਨ ਚੌਂਕੜਾ ਲਾ ਕੇ, ਸਮਾਧੀ ਲਾ ਕੇ ਬੈਠ ਜਾਇਆ ਕਰਦੇ ਸੀ। ਬਾਬਾ ਸ਼੍ਰੀ ਚੰਦ ਜੀ ਦਾ ਐਸਾ ਸੁਭਾਅ ਸੀ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਪੈਦਾ ਹੋਣਾ ਕੋਈ ਛੋਟੀ ਗੱਲ ਨਹੀਂ। ਜੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਦਾ ਅਵਤਾਰ ਹਨ ਤੇ ਬਾਬਾ ਸ਼੍ਰੀ ਚੰਦ ਜੀ ਉਹਨਾਂ ਦੇ ਪੁੱਤਰ ਵਾ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਪੈਦਾ ਹੋਏ, ਪ੍ਰਗਟ ਹੋਏ। ਇਹ ਤਾਂ ਮਹਾਰਾਜ ਦੀ ਮੌਜ ਹੈ, ਕਿਉਂਕਿ ਇਹ ਮਰਿਆਦਾ ਕਾਇਮ ਕਰਨੀ ਸੀ ਵੀ ਗੁਰਿਆਈ ਸੇਵਕ ਨੂੰ ਦੇਣੀ ਹੈ। ਅਖੀਰ ਤੇ ਕਹਿ ਦਿੱਤਾ ਸੀ ਕਿ ਗੁਰਿਆਈ ਤਾਂ ਸੇਵਕ ਦੀ ਵਸਤੂ ਹੈ, ਪਰ ਇਹ ਸਾਡੇ ਪੁੱਤਰ ਕਰਕੇ ਪੂਜੇ ਜਾਣਗੇ, ਸਤਿਕਾਰੇ ਜਾਣਗੇ। ਮਾਤਾ ਸੁਲੱਖਣੀ ਜੀ ਨੂੰ ਆਖਿਆ ਸੀ ਸਭ ਰਿਧੀਆਂ ਸਿੱਧੀਆਂ ਜਨਮ ਤੋਂ ਹੀ ਸੁਤੇ ਸਿੱਧ ਸਨ ਉਹਨਾਂ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਦੇ। 2 ਸਾਲ ਬਾਅਦ ਜਦੋਂ ਬਾਬਾ ਜੀ ਦੀ ਸਰੀਰ ਕਾਰਬਲਾ 27 ਸਾਲ ਦੀ ਹੋਈ ਤੇ 1553 ਬਿਕਰਮੀ ਦੇ ਵਿੱਚ ਛੋਟਾ ਸਾਹਿਬਜ਼ਾਦਾ ਪ੍ਰਗਟ ਹੋਇਆ, ਬਾਬਾ ਲਖਮੀ ਦਾਸ ਸਾਹਿਬ ਜੀ, ਗੁਰੂ ਕੇ ਬਾਗ ਵਾਲੇ ਅਸਥਾਨ ਤੋਂ। ਇਸੇ ਸ਼ਹਿਰ ਸੁਲਤਾਨਪੁਰ ਸਾਹਿਬ ਦੇ ਵਿੱਚ ਸੰਗਤਾਂ ਦਰਸ਼ਨ ਕਰਦੀਆਂ, ਜਿਨ੍ਹਾਂ ਨਹੀਂ ਕੀਤੇ ਉਹ ਵੀ ਕਰਨਗੀਆਂ। ਗੁਰੂ ਕਾ ਬਾਗ ਸਾਹਿਬ ਅਸਥਾਨ ਗੁਰਦੁਆਰਾ ਸਾਹਿਬ, ਉਸ ਥਾਂ ਦੇ ਉੱਤੇ ਮਹਾਰਾਜ ਦਾ ਘਰ ਰਹਿਸ਼ ਤੇ ਛੋਟਾ ਸਾਹਿਬਜ਼ਾਦਾ ਬਾਬਾ ਲਖਮੀ ਦਾਸ ਸਾਹਿਬ ਜੀ ਪ੍ਰਗਟ ਹੋਏ। ਉਹ ਗ੍ਰਸਤੀ ਹੋਏ, ਉਹਨਾਂ ਦਾ ਅੱਗੇ ਇੱਕ ਪੁੱਤਰ ਹੋਇਆ ਬਾਬਾ ਧਰਮ ਚੰਦ, ਜੋ ਬਾਬਾ ਸਤਿਗੁਰੂ ਜੀ ਦਾ ਪੋਤਰਾ ਸੀ, ਬਾਬਾ ਧਰਮ ਚੰਦ। ਬਾਬਾ ਸ਼੍ਰੀ ਚੰਦ ਜੀ ਗ੍ਰਸਤੀ ਨਹੀਂ ਹੋਏ, ਉਹਨਾਂ ਨੇ ਗ੍ਰਸਤ ਨਹੀਂ ਧਾਰਨ ਕੀਤਾ, ਵਿਆਹ ਨਹੀਂ ਕਰਵਾਇਆ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮੋਦੀ ਖਾਨਾ ਕਰਦਿਆਂ ਹੋਇਆਂ ਰੋਜ਼ ਵੇਈ ਨਦੀ ਵਿੱਚ ਇਸ਼ਨਾਨ ਕਰਿਆ ਕਰਦੇ ਔਰ ਪਹਿਲਾਂ ਦਾਤਨ ਕਰਿਆ ਕਰਦੇ। ਅਨੇਕਾਂ ਸਿੱਖ ਸੇਵਕ ਮਹਾਰਾਜ ਸਾਹਿਬ ਜੀ ਦੀ ਸੰਗਤ ਕਰਦੇ। ਮਲਸੀਆਂ ਦੇ ਰਹਿਣ ਵਾਲੇ ਚੌਧਰੀ ਭਾਈ ਭਗੀਰਥ ਜੀ, ਜਿਹੜੇ ਕਾਲੀ ਦੇਵੀ ਦੇ ਉਪਾਸਕ ਸਨ ਪਹਿਲਾਂ, ਬਾਅਦ ਵਿੱਚ ਉਹਨਾਂ ਨੇ ਆ ਕਰਕੇ ਮਹਾਰਾਜ ਤੋਂ ਸਿੱਖੀ ਪ੍ਰਾਪਤ ਕੀਤੀ, ਗੁਰੂ ਕੀ ਸੇਵਾ 'ਚ ਹਾਜ਼ਰ ਹੋਏ। ਦਾਤਨ ਸਤਿਗੁਰੂ ਸਾਹਿਬ ਜੀ ਨੂੰ ਲਿਆ ਕੇ ਦਿਆ ਕਰਦੇ, ਦਾਤਨ ਅੰਮ੍ਰਿਤ ਵੇਲੇ ਕਰਨੀ। ਇੱਕ ਦਿਨ ਉਹਨਾਂ ਨੇ ਬੇਰੀ ਦੀ ਦਾਤਨ ਲਿਆ ਕੇ ਦਿੱਤੀ। ਹਰ ਰੋਜ਼ ਦੇ ਨੇਮ ਅਨੁਸਾਰ ਵੇਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਮਹਾਰਾਜ ਗਏ। ਕੰਢੇ ਤੇ ਵਿਚਰਦੇ ਹੋਇਆਂ ਦਾਤਨ ਕੀਤੀ, ਬੇਰੀ ਦੀ ਦਾਤਨ। ਦਾਤਨ ਕਰਨ ਤੋਂ ਬਾਅਦ ਮਹਾਰਾਜ ਸਾਹਿਬ ਜੀ ਨੇ ਥੋੜੀ ਦੂਰੀ ਤੇ ਗੱਡ ਦਿੱਤੀ ਬੇਰੀ ਦੀ ਦਾਤਨ। ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਇਸ ਤਰ੍ਹਾਂ ਲਿਖਦੇ ਹਨ ਕਿ ਬਾਬਾ ਜੀ ਅੰਮ੍ਰਿਤ ਵੇਲੇ ਮੋਦੀ ਖਾਨੇ 'ਚ ਉੱਠੇ ਤੇ ਵੇਈ ਨਦੀ ਦੇ ਕੰਢੇ ਤੇ ਗਏ ਤੇ ਉੱਥੇ ਜਾ ਕੇ ਦਾਤਨ ਕੀਤੀ ਤੇ ਫਿਰ ਉੱਥੇ ਗੱਡ ਦਿੱਤੀ ਤੇ ਜਿਹੜੀ ਉਹ ਦਾਤਨ ਫਿਰ ਦਰਖਤ ਬਣੀ, ਉਹ ਦਾਤਨ ਬੇਰੀ ਦੀ, ਉਹ ਬੇਰੀ ਹਰੀ ਭਰੀ ਹੋਈ ਤੇ ਉਸ ਬੇਰੀ ਦੇ ਨਾਮ ਤੇ ਗੁਰਦੁਆਰਾ ਸਾਹਿਬ ਸੰਗਤਾਂ ਨੇ ਬਣਾਇਆ, ਗੁਰਦੁਆਰਾ ਸ੍ਰੀ ਬੇਰ ਸਾਹਿਬ। ਭਾਈ ਸਾਹਿਬ ਇਸ ਤਰ੍ਹਾਂ ਲਿਖਦੇ ਆ, ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ, ਜਿਨ੍ਹਾਂ ਨੇ 10 ਪਾਤਸ਼ਾਹੀ ਦਾ ਇਤਿਹਾਸ ਵਰਣਨ ਕੀਤਾ ਹੈ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ। ਉਹ ਕਹਿੰਦੇ ਹਨ, ਆਪਣ ਤੇ ਚਲ ਨੀਰ ਕੇ ਤੀਰ ਪੈ ਦੰਤਨ ਧਾਮਣੇ ਆਣ ਕਰੀ, ਗਾੜ ਦਈ ਧਾਰ ਹੋਤ ਭਇਓ ਤਾਰ, ਹੈ ਅਬਲਾ ਬਾਰ ਸੋ ਬਦਲ। ਆਏ ਹੋਰ ਕੋਈ ਬੋਲੇ ਤੇ ਲੱਗੀ ਜਾਂਦਾ। ਭਾਈ ਸਾਹਿਬ ਕਹਿੰਦੇ ਹਨ ਕਿ ਉਹ ਜਦੋਂ ਦਾਤਨ ਕਰਕੇ ਗੱਡ ਦਿੱਤੀ ਤੇ ਫਿਰ ਉਹ ਹਰੀ ਭਰੀ ਹੋਈ ਤੇ ਹੁਣ ਉਹ ਸੋਭਾ ਪਾਉਂਦੀ ਹੈ ਉਹ ਬੇਰੀ। ਉਸੇ ਬੇਰੀ ਤੇ ਫਿਰ ਬੇਰ ਸਾਹਿਬ ਬਣਿਆ। ਆਪਣ ਤੇ ਆਪਣ ਕਹਿੰਦੇ ਹੱਟੀ ਨੂੰ, ਮੋਦੀ ਖਾਨੇ ਨੂੰ। ਆਪਣ ਤੇ ਚਲ ਨੀਰ ਕੇ ਤੀਰ ਪੈ ਵੇਈ ਨਦੀ ਦੇ ਕੰਢੇ ਤੇ, ਦੰਤਨ ਧਾਮਨ ਆਣ ਕਰੀ। ਬਾਬਾ ਜੀ ਨੇ ਅੰਮ੍ਰਿਤ ਵੇਲੇ ਦਾਤਨ ਕੀਤੀ, ਗਾੜ ਦਈ ਧਾਰ ਧਰਤੀ 'ਚ ਗੱਡ ਦਿੱਤੀ। ਉਸ ਤੋਂ ਬਾਅਦ ਹੋਤ ਭਇਓ ਤਾਰ, ਤਾਰ ਕਹਿੰਦੇ ਦਰਖਤ ਨੂੰ। ਉਸ ਦਾਤਨ ਦਾ ਫਿਰ ਦਰਖਤ ਬਣਿਆ, ਬ੍ਰਿਕਸ਼ ਬਣਿਆ। ਹੈ ਅਬਲੋ ਬਾਰ, ਹੁਣ ਸ੍ਰੇਸ਼ਟ, ਹੁਣ ਤੀਕ ਉਹ ਦਰਖਤ ਹੈ ਅਬਲੋ ਬਾਰ ਸੋ ਬਦਰੀ। ਉਹ ਬਦਰੀ ਕਹਿੰਦੇ ਬੇਰੀ, ਉਹ ਬੇਰੀ ਅੱਜ ਤੀਕ ਸੋਭਾ ਪਾਉਂਦੀ ਹੈ। ਤੇ ਉਸ ਬੇਰੀ ਦੇ ਬਾਬਤ ਇੱਕ ਕਵੀ ਨੇ ਬੜਾ ਸੋਹਣਾ ਲਿਖਿਆ ਹੈ ਕਿ ਉਹ ਬੇਰੀ ਕਹਿੰਦੀ ਹੈ, ਕਵੀ ਦੀ ਭਾਵਨਾ ਬੋਲਦੀ ਹੈ। ਤੇ ਜੇ ਕੋਈ ਸਮਝੇ ਭਾਵਨਾ ਦੇ ਨਾਲ ਤੇ ਬੇਰੀ ਵੀ ਬੋਲਦੀ ਪਈ ਹੈ। ਬੇਰੀ ਕਹਿੰਦੀ ਹੈ ਵੀ ਮੈਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ
ਛੋਹ ਪ੍ਰਾਪਤ ਹੋਈ। ਉਹਨਾਂ ਨੇ ਮੇਰੀ ਦਾਤਨ ਕੀਤੀ ਤੇ ਇਹ ਦਰਖਤ ਮੈਂ ਤਾਂ ਬਣੀ ਹਾਂ। ਮੇਰੇ ਵਰਗੀਆਂ ਬੇਰੀਆਂ ਹੋਰ ਵੀ ਇੱਥੇ ਬਥੇਰੀਆਂ ਸੀ, ਪਰ ਅੱਜ ਨਹੀਂ ਲੱਭਦੀਆਂ। ਮੈਨੂੰ ਹੀ ਇੰਨਾ ਕਿਉਂ ਸੰਗਤਾਂ ਸਤਿਕਾਰ ਦਿੰਦੀਆਂ ਤੇ ਮੇਰੇ ਨਾਂ ਤੇ ਗੁਰੂ ਦਾ ਦਰਬਾਰ ਬਣਾਇਆ ਤੇ ਉਸ ਦਰਬਾਰ ਨੂੰ ਸ੍ਰੀ ਬੇਰ ਸਾਹਿਬ ਕਹਿੰਦੀਆਂ ਸੰਗਤਾਂ। ਬੇਰੀ ਕਹਿੰਦੀ ਹੈ ਕਿ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ, ਨਹੀਂ ਤੇ ਮੇਰੇ ਆਣ ਦੀਆਂ ਕਈ ਸੀ। ਕਈਆਂ ਨੂੰ ਬੱਕਰੀਆਂ ਚਰ ਗਈਆਂ, ਕਈਆਂ ਨੂੰ ਲੋਕਾਂ ਨੇ ਵੱਢ ਕੇ ਬਾਲਣ ਬਣਾ ਕੇ ਫੂਕ ਦਿੱਤਾ, ਕਈ ਬੁੱਢੀਆਂ ਹੋ ਕੇ ਮਰ ਗਈਆਂ। ਮੈਂ ਹਰੀ ਭਰੀ ਅੱਜ ਵੀ ਹਾਂ ਸੁਲਤਾਨਪੁਰ ਸਾਹਿਬ ਦੇ ਵਿੱਚ। ਮੇਰੇ ਜਿਹੀਆਂ ਬੇਰੀਆਂ ਬਥੇਰੀਆਂ ਸੀ ਜਾਗੀ ਉੱਤੇ, ਲੱਭਦੇ ਨਿਸ਼ਾਨ ਨਹੀਂ ਦੂਰ ਨਾ ਨਜ਼ਦੀਕ ਹੈ। ਕੋਲੇ ਹੋ ਕੇ ਸੜ ਗਈਆਂ, ਬੁੱਢੀਆਂ ਹੋ ਮਰ ਗਈਆਂ, ਬੱਕਰੀਆਂ ਚਰ ਗਈਆਂ, ਬਚਨ ਇਹ ਠੀਕ ਹੈ। ਮੈਂ ਹਰੀ ਭਰੀ ਸਤਿਕਾਰਯੋਗ ਸੁਲਤਾਨਪੁਰ ਲੋਧੀ ਵਿੱਚ ਵਰਾ ਹੋਇਆ ਮੈਨੂੰ 500 ਤੋਂ ਵਧੇਕ ਹੈ। ਗੁਰੂ ਨਾਨਕ ਦੀ ਸੰਗਤ ਦਾ ਫਲ ਇਹ ਖਾਲਸਾ ਜੀ, ਦੇਮ ਦਾ ਉਗਾਹੀ ਪੱਤ ਪੱਤ ਮੇਰਾ ਠੀਕ ਹੈ। ਮੇਰਾ ਪੱਤਾ ਪੱਤਾ ਠੀਕ ਹੈ ਤੇ ਉਗਾਹੀ ਦਿੰਦਾ ਹੈ ਕਿ ਮੈਨੂੰ ਗੁਰੂ ਨਾਨਕ ਸਾਹਿਬ ਜੀ ਦੀ ਛੋਹ ਪ੍ਰਾਪਤ ਹੋਈ। ਇਸੇ ਧਰਤੀ ਤੋਂ ਸੁਲਤਾਨਪੁਰ ਸਾਹਿਬ ਤੋਂ ਜਦੋਂ 28 ਸਾਲ ਦੀ ਬਾਬਾ ਜੀ ਦੀ ਸਰੀਰ ਕਾਰਬਲਾ ਹੋਈ, 1554 ਵਿੱਚ ਮੋਦੀ ਖਾਨੇ ਨੂੰ ਤਿਆਗਿਆ। ਹੋਰ ਕਈ ਚੋਜ ਕੌਤਕ ਕੀਤੇ। ਵੇਈ ਨਦੀ ਵਿੱਚ ਪ੍ਰਵੇਸ਼ ਕਰਨਾ, 3 ਦਿਨ ਅਲੋਪ ਰਹਿਣਾ, ਪ੍ਰਗਟ ਹੋਣ ਤੋਂ ਦੱਸਣਾ ਕਿ ਅਸੀਂ ਸੱਚਖੰਡ ਤੋਂ ਆਏ, ਮੂਲ ਮੰਤਰ ਉਚਾਰਨ ਕਰਨਾ। ਗੁਰਦੁਆਰਾ ਸੰਤ ਘਾਟ ਸਾਹਿਬ ਸਥਾਨ ਹੈ। ਗਰੀਬ ਨਵਾਜ ਸਾਹਿਬ ਜੀ ਨੇ ਕਹਿਣਾ ਵੀ ਨਾ ਕੋਈ ਹਿੰਦੂ ਨਾ ਮੁਸਲਮਾਨ। ਨਵਾਬ ਨੇ ਕਹਿਣਾ, ਕਾਜੀ ਨੇ ਕਹਿਣਾ ਫਿਰ ਮਸਜਿਦ ਵਿੱਚ ਚਲੋ ਸਾਡੇ ਨਾਲ ਨਵਾਜ਼ ਪੜ੍ਹੋ, ਉੱਥੇ ਚਲੇ ਜਾਣ। ਅੱਜ ਵੀ ਪੁਰਾਣੀ ਮਸਜਿਦ ਥਾਣੇ ਵਿੱਚ ਹੈ, ਨਿੱਕੀਆਂ ਇੱਟਾਂ ਦੀ ਬਣੀ, ਜਿਹਦੇ ਵਿੱਚ ਬਾਬਾ ਜੀ ਗਏ ਸਨ। ਉਸੇ ਯਾਦ ਵਿੱਚ ਬਾਜ਼ਾਰ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ, ਗੁਰਦੁਆਰਾ ਸ੍ਰੀ ਅੰਤਰਜਾਮਤਾ ਸਾਹਿਬ। ਉਹ ਆਪਣੀ ਨਵਾਜ਼ ਪੜ੍ਹਦੇ ਗਏ, ਬਾਬਾ ਜੀ ਖਲੋਤੇ ਰਹੇ। ਉਹਨਾਂ ਆਖਿਆ ਤੁਸੀਂ ਪੜ੍ਹੀ ਨਹੀਂ ਨਵਾਜ਼, ਨਵਾਜ਼ ਦੀ ਤੋਹੀਨ ਕੀਤੀ। ਬਾਬਾ ਜੀ ਕਹਿੰਦੇ ਕਿਹਦੇ ਨਾਲ ਪੜ੍ਹਨੀ, ਤੁਸੀਂ ਦੋਵੇਂ ਹੀ ਨਹੀਂ ਇੱਥੇ ਹੈਗੇ। ਤੁਹਾਡਾ ਸਰੀਰ ਇੱਥੇ ਸੀ, ਜਿੰਨੇ ਪੜ੍ਹਨੀ ਉਹ ਤੇ ਇੱਥੇ ਹੀ ਨਹੀਂ ਸੀ, ਅੰਦਰਲਾ ਮਨ। ਨਵਾਬ ਕਹਿੰਦਾ ਕਿੱਥੇ ਜੀ? ਕਹਿੰਦੇ ਤੇਰਾ ਤੇ ਘੋੜੇ ਖਰੀਦਣ ਗਿਆ ਹੋਇਆ ਸੀ, ਬਹੁਤ ਕਾਬਲ ਦੇ ਵਿੱਚ ਘੋੜੇ ਖਰੀਦ ਰਿਹਾ ਸੀ। ਤੇਰਾ ਸਰੀਰ ਇੱਥੇ ਸੀ, ਮਨ ਘੋੜੇ ਖਰੀਦਦਾ ਸੀ ਕਾਬਲ ਵਿੱਚ। ਇਸ ਸੁਦਾਗਰ ਨੂੰ ਪੈਸੇ ਦੇ ਕਰਕੇ ਭੇਜਿਆ, ਘਾਟਾ ਨਾ ਪਾ। ਉਹਨੇ ਕਿਹਾ ਠੀਕ ਹੀ, ਮੇਰਾ ਮਨ ਉੱਥੇ ਗਿਆ ਹੋਇਆ ਸੀ। ਕਾਜੀ ਕਹਿੰਦਾ ਜੀ ਮੇਰੇ ਨਾਲ ਪੜ੍ਹ ਲੈਂਦੇ। ਤੇ ਮਹਾਰਾਜ ਸਾਹਿਬ ਕਹਿੰਦੇ ਵੀ ਤੂੰ ਥੋੜਾ ਜਿਹਾ ਨੇੜੇ ਸੀ, ਇੱਥੇ ਤਾਂ ਤੂੰ ਵੀ ਹੈ ਨਹੀਂ ਸੀ, ਤੂੰ ਆਪਣੇ ਘਰੇ ਗਿਆ ਹੋਇਆ ਸੀ। ਇਹ ਘਰ ਵਿੱਚ ਘੋੜੀ ਸੂਈ ਹੋਈ ਆ ਤੇ ਉਹ ਸੂਈ ਆ, ਵਿਸ਼ੇਰਾ ਵਿੱਚ ਨਾ ਡਿੱਗ ਪਵੇ। ਤੇਰਾ ਮਨ ਉਧਰ ਧਿਆਨ ਸੀ। ਹੁੰਦਾ ਇਸ ਤਰ੍ਹਾਂ ਹੀ ਆ, ਬੰਦਾ ਸਰੀਰ ਜਿਹੜਾ ਧਾਰਮਿਕ ਸਥਾਨ ਤੇ ਹੁੰਦਾ ਤੇ ਮਨ ਫੇਰ ਪਿੱਛੇ ਘਰ ਦੇ ਕੰਮ ਹੀ ਸੋਚੀ ਜਾਂਦਾ। ਫਿਰ ਮਹਾਰਾਜ ਦੇ ਚਰਨੀ ਪਏ ਤੇ ਸਤਿਗੁਰੂ ਜੀ ਨੇ ਆਖਿਆ ਭਾਈ ਜਿੱਥੇ ਸਰੀਰ ਦੀ ਸਾਵਧਾਨਤਾ ਉੱਥੇ ਮਨ ਦੀ ਇਕਾਗਰਤਾ ਵੀ ਚਾਹੀਦੀ ਹੈ, ਤਾਂ ਪੂਰੀ ਹਾਜ਼ਰੀ ਲੱਗਦੀ ਹੈ। ਤੋ ਗਰੀਬ ਨਵਾਜ ਸਾਹਿਬ ਜੀ ਨੇ 2 ਮਿੰਟ ਦੀ ਹਾਜ਼ਰੀ ਲਾ ਕੇ ਫਿਰ ਫਤਿਹ ਬੁਲਾਵਾਂਗਾ ਸਾਧ ਸੰਗਤ ਜੀ। ਇਸੇ ਸਥਾਨ ਤੋਂ ਉਦਾਸੀਆਂ ਆਰੰਭ ਕੀਤੀਆਂ। 28 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਭਾਈ ਮਰਦਾਨਾ ਜੀ ਨੂੰ ਰਬਾਬ ਮਹਾਰਾਜ ਸਾਹਿਬ ਜੀ ਨੇ ਲਿਆਉਣ ਵਾਸਤੇ ਕਹਿਣਾ, ਬੇਬੇ ਜੀ ਤੋਂ ਮਾਇਆ ਲੈ ਕਰਕੇ ਜਾਣਾ। ਭਰਵਾਣੀ ਨਗਰ ਤੋਂ ਭਾਈ ਫਰੰਦਾਈ ਦੇ ਪਾਸੋਂ ਲੈ ਕੇ ਰਬਾਬ ਆਉਣਾ। ਫਿਰ ਇੱਥੋਂ ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਭਾਈ ਲਾਲੋ ਜੀ ਦੇ ਪਾਸ ਪਹੁੰਚਣਾ। ਫਿਰ ਉਹਨਾਂ ਨੇ ਆਪਣੇ ਨਗਰ ਵਾਪਸ ਤਲਵੰਡੀ ਆਉਣਾ ਤੇ ਉੱਥੋਂ ਭਾਈ ਬਾਲਾ ਜੀ ਨੂੰ ਵੀ ਨਾਲ ਲੈ ਕੇ ਜਾਣਾ। ਇਹ ਮਹਾਰਾਜ ਸਾਹਿਬ ਜੀ ਨੇ 1554 ਵਿੱਚ ਪਹਿਲੀ ਉਦਾਸੀ ਇੱਥੋਂ ਆਰੰਭ ਕੀਤੀ ਔਰ 25 ਸਾਲ ਦਾ ਸਮਾਂ ਉਦਾਸੀਆਂ ਦਾ ਲਿਖਿਆ ਹੋਇਆ ਸਾਧ ਸੰਗਤ ਜੀ। ਜੋ ਬਾਬਾ ਜੀ ਨੇ ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ 4 ਚੱਕਾਂ ਦੇ ਵਿੱਚ ਉਪਦੇਸ਼ ਦਿੱਤਾ। ਬਾਬੇ ਤਾਰੇ 4 ਚੱਕ ਉਪਦੇਸ਼ ਦੇ ਕੇ ਨਿਹਾਲ ਕੀਤਾ। ਕੌੜੇ ਰੀਠੇ ਵੀ ਮਿੱਠੇ ਕਰ ਦਿੱਤੇ। ਇੱਕ ਗੁਰਮੁਖ ਲਿਖਦਾ ਹੈ, ਬੇਰੀ ਹੇਠ ਬੈਠੇ ਗੁਰੂ ਬੇਰੀ ਵੀ ਨਿਹਾਲ ਹੋਈ,
ਰੀਠੇ ਵੱਲ ਡਿੱਠਾ ਰੀਠਾ ਮਿੱਠਾ ਹੋਏ ਜਾਮਦਾ। ਅੱਕਾਂ ਦੀਆਂ ਖੱਖੜੀਆਂ ਵੇਖ ਕੇ ਨਿਹਾਲ ਹੋਈਆਂ, ਅੰਬ ਤੇ ਅਨਾਰ ਨੂੰ ਮਰਦਾਨਾ ਤੋੜ ਖਾਮਦਾ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਭੁੱਖ ਲੱਗੀ ਛਕਾਓ, ਕਹਿੰਦੇ ਅੱਕਾਂ ਦੀਆਂ ਖੱਖੜੀਆਂ ਤੋੜ ਕੇ ਛਕ ਲਓ। ਮਹਾਰਾਜ ਤੇ ਜ਼ਹਿਰ ਵਾਲੀਆਂ ਹੁੰਦੀਆਂ, ਨਹੀਂ ਕਹਿੰਦੇ ਅੰਬ ਅਨਾਰ। ਜਦੋਂ ਛਕ ਕੇ ਵੇਖੀਆਂ ਤੇ ਅੰਬਾਂ ਤੇ ਅਨਾਰਾਂ ਵਰਗੀਆਂ। ਬੇਰੀ ਹੇਠ ਬੈਠੇ ਗੁਰੂ ਬੇਰੀ ਪੀ ਨਿਹਾਲ ਹੋਈ, ਰੀਠੇ ਵੱਲ ਡਿੱਠਾ ਰੀਠਾ ਮਿੱਠਾ ਹੋਏ ਜਾਮਦਾ। ਅੱਕਾਂ ਦੀਆਂ ਖੱਖੜੀਆਂ ਵੇਖ ਕੇ ਨਿਹਾਲ ਹੋਈਆਂ, ਅੰਬ ਤੇ ਅਨਾਰ ਨੂੰ ਮਰਦਾਨਾ ਤੋੜ ਖਾਮਦਾ। ਕਿੱਕਰਾਂ ਤੋਂ ਮਠਿਆਈਆਂ ਚੜਵਾਈਆਂ ਮੇਰੇ ਸਤਿਗੁਰਾਂ, ਖਾਰਾ ਜਲ ਚਰਨ ਛੋਏ ਮਿੱਠਾ ਹੋਏ ਜਾਮਦਾ। ਸ੍ਰੀ ਨਾਨਕ ਝੀਰਾ ਸਾਹਿਬ ਅਸਥਾਨ ਦੇ ਸੰਗਤਾਂ ਨੇ ਦਰਸ਼ਨ ਕੀਤੇ ਹੋਣਗੇ ਜਿਹੜੀਆਂ ਹਜੂਰ ਸਾਹਿਬ ਗਈਆਂ। ਖਾਰਾ ਜਲ ਚਰਨ ਛੋਏ ਮਿੱਠਾ ਹੋਏ ਜਾਮਦਾ। ਪਸ਼ੂ ਪੰਛੀ ਰਾਖਸ਼ ਵੀ ਤਾਰੇ ਮੇਰੇ ਸਤਿਗੁਰਾਂ ਨੇ, ਬੰਦਾ ਕਿਉਂ ਨਾ ਤਰੇ ਜਿਹੜਾ ਗੁਰੂ ਸ਼ਰਨ ਆਉਂਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੰਨੇ ਤਾਰੇ, ਪਸ਼ੂ ਪੰਛੀ ਰਾਖਸ਼ ਵੀ ਤਾਰ ਦਿੱਤੇ। ਤੇ ਜੇ ਸ਼ਰਧਾ ਨਾਲ ਭਾਵਨਾ ਨਾਲ ਬੰਦਾ ਇਨਸਾਨ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਵੇ, ਉਹ ਕਿਉਂ ਨਾ ਤਰੇ। ਸਤਿਗੁਰ ਸਦਾ ਦਇਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਉਪਰ, ਜੇਹਾ ਭਾਉ ਤੇਹਾ ਫਲ ਪਾਈਐ। ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਦਿਆਂ, ਬੇਬੇ ਨਾਨਕੀ ਜੀ ਦੇ ਇਸ ਪਾਵਨ ਪਵਿੱਤਰ ਸਥਾਨ ਤੇ ਹਾਜ਼ਰੀ ਭਰਦਿਆਂ, ਗੁਰੂ ਜੀ ਦਾ ਇਤਿਹਾਸ ਵਿਚਾਰਦਿਆਂ, ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਜਿੱਥੇ ਸਮੂਹ ਸੰਗਤਾਂ ਦਾ ਧੰਨਵਾਦ ਔਰ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਵਧਾਈਆਂ। ਉਥੇ ਇਸ ਅਸਥਾਨ ਦੇ ਸੇਵਾਦਾਰ ਗ੍ਰੰਥੀ ਸਿੰਘ ਔਰ ਸਮੂਹ ਪ੍ਰਬੰਧਕਾਂ ਗੁਰਮੁਖਾਂ ਦਾ ਵੀ, ਔਰ ਭਾਈ ਸਾਹਿਬ ਜੀ ਜੋ ਸਟੇਜ ਤੇ ਸੇਵਾ ਨਿਭਾ ਰਹੇ ਹਨ ਬੜੇ ਪਿਆਰ ਦੇ ਨਾਲ। ਸੋ ਸਾਰੇ ਜਥਿਆਂ ਨੂੰ ਬੜੇ ਪ੍ਰੇਮ ਨਾਲ ਸਮਾਂ ਦਿੰਦੇ ਹਨ। ਸੋ ਕੱਲ ਵੀ ਉਹਨਾਂ ਨੇ ਦਾਸ ਦੀ ਹਾਜ਼ਰੀ ਲਵਾਈ ਤੇ ਅੱਜ ਵੀ ਲਵਾਈ। ਤੋ ਭਾਈ ਸਾਹਿਬ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਗੁਰੂ ਕੀ ਫਤਿਹ ਵਜਾਉਣ ਤੋਂ ਪਹਿਲਾਂ ਸੋ ਅਗਲਾ ਜੋ ਜਥਾ ਆ ਰਿਹਾ ਹੈ ਸਾਡੇ ਇਲਾਕੇ ਦਾ ਹੀ ਜਥਾ, ਕਵੀਸ਼ਰ ਸਿੰਘ, ਬਹੁਤ ਸੋਹਣੀਆਂ ਆਵਾਜ਼ਾਂ ਔਰ ਦਾਸ ਦੇ ਨਗਰ ਦੇ ਨਾਲ ਭਾਈ ਸਿੰਘ, ਭਾਈ ਰਾਜ ਸਿੰਘ ਗੁਜਰਪੁਰੇ ਵਾਲਾ ਜਥਾ ਜੋ, ਤੇ ਭਾਈ ਹਰਪ੍ਰੀਤ ਸਿੰਘ ਘੜਕੇ ਤੋਂ। ਸੋ ਗੁਰਮੁਖ ਪਿਆਰਿਆਂ ਨੇ ਆਪ ਜੀ ਦੇ ਦਰਸ਼ਨ ਕਰਨੇ ਹਨ। ਸੋ ਦਾਸ ਨੂੰ ਫਤਿਹ ਬੁਲਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹੋਰਾਂ ਦਾ, ਜਿਨ੍ਹਾਂ ਨੇ ਸੰਗਤਾਂ ਨੂੰ ਬੜੇ ਹੀ ਪਿਆਰ ਦੇ ਨਾਲ ਆਪਣੇ ਜੀਵਨ ਦੇ ਵਿੱਚ ਜੋ ਇਹਨਾਂ ਨੇ ਪ੍ਰਾਪਤ ਕੀਤਾ, ਸਿੱਖਿਆ, ਉਹ ਦੱਸਿਆ। ਹੁਣ ਆਪਣੇ ਕੋਲੇ